ਵਾਤਾਵਰਨ ਨੂੰ ਬਚਾਉਣਾ ਤੇ ਇਸ ਲਈ ਸਭ ਨੂੰ ਹਮਲਾ ਮਾਰਨ ਦੀ ਜ਼ਰੂਰਤ ਹੈ ਕੀ ਹੈ। ਮੈਂ KP ਸਿੰਘ ਦੂਦਾ ਪਾਣੀ ਤੁਹਾਡਾ ਸਭ ਦਾ ਸਵਾਗਤ ਕਰਦਾ। ਜਥੇਦਾਰ ਸਾਹਿਬ ਦੇ ਕੋਲੇ ਇੱਕ ਚਿੱਠੀ ਲੈ ਕੇ ਪਹੁੰਚੇ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਨੇ। ਆ ਉਹਨਾਂ ਦੀ ਚਿੱਠੀ ਹੈ ਤੇ ਇਸ ਚਿੱਠੀ ਵਿੱਚ ਉਹਨਾਂ ਨੇ ਅਪੀਲ ਕੀਤੀ ਹੈ ਕਿ ਤੁਸੀਂ ਸੰਦੇਸ਼ ਦਿਓ ਕਿਸਾਨਾਂ ਨੂੰ, ਕਿਸਾਨ ਵੀਰਾਂ ਨੂੰ, ਤੇ ਸ਼ਬਦ ਵਰਤਿਆ ਉਹਨਾਂ ਨੇ, ਗੁਰੂ ਨਾਨਕ ਨਾਮ ਲੇਵਾ ਕਿਸਾਨ ਵੀਰਾਂ ਨੂੰ ਪ੍ਰੇਰਨਾ ਦਿਓ ਕਿ ਉਹ ਗੁਰੂ ਉਪਦੇਸ਼ ਦੇ ਉਲਟ ਜਾ ਕੇ ਪਰਾਲੀ ਨੂੰ ਅੱਗ ਨਾ ਲਾਉਣ। ਸਾਡਾ ਸਵਾਲ ਇਹ ਵੀ ਹੋਊਗਾ ਗੁਰੂ ਉਪਦੇਸ਼ ਦੇ ਉਲਟ ਕੌਣ ਕੌਣ ਜਾ ਰਿਹਾ। ਸਾਰੇ ਸਵਾਲ ਹੋਣ ਕੇ ਬੜਾ ਸਵਾਲ ਇਹੀ ਹੋਊਗਾ ਜਥੇਦਾਰ ਕੋਲ ਕਿਉਂ ਪੁੱਜੀ ਸਰਕਾਰ। ਪਹਿਲਾਂ ਸੁਣ ਲਿਆ ਜਥੇਦਾਰ ਸਾਹਿਬ ਨੂੰ ਮਿਲਣ ਤੋਂ ਬਾਅਦ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਨੇ ਕਿਹਾ ਕੀ। ਸੋ ਅੱਜ ਮੈਂ ਮਤਲਬ ਜਿਹੜਾ ਜਥੇਦਾਰ ਸਾਹਿਬ ਜੀ ਨਾਲ ਉਹਨਾਂ ਨੂੰ ਬੇਨਤੀ ਕਰਕੇ ਆਇਆ ਕਿ ਤੁਸੀਂ ਇੱਕ ਜਿਹੜਾ ਸੰਦੇਸ਼ ਜਿਹੜਾ ਸਿੱਖਾਂ ਨੂੰ ਦਿਓ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ। ਤੇ ਜਥੇਦਾਰ ਸਾਹਿਬ ਜੀ ਨੇ ਬਹੁਤ ਹੰਗਾਰਾ ਭਰਿਆ ਕਿ ਐਤਕਾਂ ਜਿਹੜਾ ਤੁਸੀਂ ਦੇਖਿਆ ਹੋਣਾ ਕਿ 2 ਦਿਨ ਪਹਿਲਾਂ ਹਿੰਦੂ ਅਖਬਾਰ ਨੇ ਬਹੁਤ ਵੱਡਾ ਸਰਵੇ ਲਾਇਆ ਕਿ ਇਸ ਟਾਈਮ ਤੱਕ ਸਭ ਤੋਂ ਜ਼ਿਆਦਾ ਪਰਾਲੀ ਯੂਪੀ ਦੇ ਦੂਜੀਆਂ ਸਟੇਟਾਂ ਦੇ ਵਿੱਚ ਸਾੜੀ ਜਾ ਰਹੀ ਹੈ, ਪੰਜਾਬ 'ਚ ਬਹੁਤ ਘੱਟ ਹੈ। ਸੋ ਵੱਡਾ ਸਵਾਲ ਤੁਹਾਡੇ ਸਾਹਮਣੇ ਵੱਡਾ ਸਵਾਲ ਹੈ ਜਥੇਦਾਰ ਤੋਂ ਪਰਾਲੀ ਪ੍ਰਬੰਧਨ ਤੇ ਕਿਹੜਾ ਸੰਦੇਸ਼ ਚਾਹੁੰਦੀ ਹੈ ਆਪ ਸਰਕਾਰ। ਸਾਡਾ ਜਿਹੜਾ ਪੈਨਲ ਹੈ ਉਹਨਾਂ ਤੁਹਾਡਾ ਤਾਰਫ ਕਰਾਉਣੇ ਤੋਂ ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਵੇਗੀ। ਇੰਦਰਜੀਤ ਸੰਧੂ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ, ਨਰਿੰਦਰ ਸਿੰਘ ਸੰਧੂ ਕਾਂਗਰਸ ਸਪੋਕਸਪਰਸਨ ਹੈ, ਕਰਨੈਲ ਸਿੰਘ ਪੀਰਮਾ ਸ਼੍ਰੋਮਣੀ ਅਕਾਲੀ ਦਲ ਦਾ ਬੁਲਾ ਰਿਹਾ ਹੈ, ਕੁਲਦੀਪ ਸਿੰਘ ਧਾਲੀਵਾਲ ਭਾਰਤੀ ਜਨਤਾ ਪਾਰਟੀ ਦੇ ਬੁਲਾ ਰਿਹਾ ਹੈ, ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਨੇ। ਮੈਂ ਜ਼ਿਆਦਾ ਕੁਛ ਇਹਨਾਂ ਮਹਿਮਾਨਾਂ ਬਾਰੇ ਨਹੀਂ ਦੱਸ ਸਕਦਾ ਕਿਉਂਕਿ ਤੁਸੀਂ ਸਭ ਜਾਣਦੇ ਹੋ ਚੰਗੀ ਤਰ੍ਹਾਂ, ਤੇ ਉਹਦੇ ਨਾਲ ਸਮਾਂ ਵੀ ਸਾਡਾ ਜਾਇਆ ਹੋਊਗਾ। ਇੰਦਰਜੀਤ ਸੰਧੂ ਸਿੱਧਾ ਸਵਾਲ ਹੈ ਸਰ, ਪੋਲਿਟਿਕਸ ਫੇਲ ਹੋ ਗਈ, ਜਥੇਦਾਰ ਸਾਹਿਬ ਦੀ ਲੋੜ ਪੈ ਗਈ। ਦੇਖੋ ਗੁਰੂ ਸਾਹਿਬ ਦਾ ਬੜਾ ਸੋਹਣਾ ਫਲਸਫਾ ਹੈ, ਗੁਰੂ ਪਾਣੀ ਪਿਤਾ ਮਾਤਾ ਔਰ ਇਹੀ ਫਲਸਫੇ ਨੂੰ ਲੈ ਕੇ ਕੁਲਦੀਪ ਸਿੰਘ ਧਾਲੀਵਾਲ ਜੀ ਸਾਡੇ ਖੇਤੀਬਾੜੀ ਮੰਤਰੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚੇ ਨੇ ਔਰ ਉਹਨਾਂ ਨੇ ਉੱਥੇ ਬੇਨਤੀਆਂ ਕੀਤੀਆਂ। ਦੇਖੋ ਜਿਹੜਾ ਪ੍ਰਦੂਸ਼ਣ ਹੈ, ਪ੍ਰਦੂਸ਼ਣ ਮੁਕਤ ਪੰਜਾਬ ਬਣਾਉਣ ਵਾਸਤੇ, ਚੰਗਾ ਵਾਤਾਵਰਨ ਬਣਾਉਣ ਵਾਸਤੇ ਜੇ ਆਪਾਂ ਕਹੀਏ ਵੀ ਇੱਕ ਪੱਖੀ ਕੋਈ ਅਸੀਂ ਉਪਰਾਲਾ ਕਰਾਂਗੇ ਤੇ ਪਾਸ ਹੋ ਜਾਵਾਂਗੇ, ਅਜਿਹਾ ਨਹੀਂ ਹੋ ਸਕਦਾ। ਇਹਦੇ ਵਾਸਤੇ ਸਾਰਿਆਂ ਨੂੰ ਹਮਲਾ ਮਾਰਨਾ ਪਊਗਾ ਜਿੱਥੇ ਸੰਧੂ ਸਾਹਿਬ ਇਹ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਤੁਸੀਂ ਕਹਿ ਰਹੇ ਹੋ। ਸੰਧੂ ਸਾਹਿਬ ਸੁਣ ਲਓ ਨਾ, ਸਵਾਲ ਮੇਰੇ ਸੁਣੋ ਸਰ, ਮੈਂ ਸਵਾਲ ਬਹੁਤ ਤਸੱਲੀ ਵਾਲੇ ਕਰੂੰਗਾ ਤੁਹਾਨੂੰ ਜਿਹਦਾ ਜਵਾਬ ਤੁਸੀਂ ਦੇਣਾ। ਸੰਧੂ ਸਾਹਿਬ ਇੰਡਸਟਰੀ ਜਿਹੜਾ ਪ੍ਰਦੂਸ਼ਣ ਹੈਗਾ ਉਹਦੇ ਵਾਸਤੇ ਕਿਸੇ ਹੋਰ ਕੋਲੇ ਜਾਓਗੇ ਤੁਸੀਂ ਅਪੀਲ ਕਰਨ ਵਾਸਤੇ? ਜਿਹੜੇ ਪਟਾਕੇ ਚਲਾਉਂਦੇ ਆ ਉਹਨਾਂ ਵਾਸਤੇ ਕਿਸੇ ਹੋਰ ਕੋਲ ਜਾਓਗੇ ਅਪੀਲ ਕਰਨ ਤੁਸੀਂ? ਸੰਧੂ ਸਾਹਿਬ ਮੈਨੂੰ ਉਹ ਤਾਂ ਦੱਸ ਦਿਓ ਨਾ ਸਰ, ਕਿੰਦੇ ਕੋਲ ਜਾਓਗੇ? ਦੇਖੋ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਇਹਦੇ ਲਈ ਬਹੁਤ ਪੱਖੀ ਉਪਰਾਲੇ ਕਰਨੇ ਪੈਣਗੇ, ਸਰਕਾਰਾਂ ਨੂੰ ਵੀ ਕਰਨੇ ਪੈਣਗੇ, ਵਿਰੋਧੀ ਧਿਰਾਂ ਨੂੰ ਵੀ ਕਰਨੇ ਪੈਣਗੇ, ਕਿਸਾਨਾਂ ਨੂੰ ਵੀ ਇਹਦੇ ਵਿੱਚ ਆਉਣਾ ਪਊ, ਇੰਡਸਟਰੀਅਲਿਸਟ ਨੇ ਜਿਹੜੇ ਉਹਨਾਂ ਨੂੰ ਵੀ ਇੱਕ ਕੋਸ਼ਿਸ਼ ਕਰਨੀ ਪਊਗੀ। ਜੇ ਸਾਰੇ ਆਪੋ ਆਪਣੀ ਜ਼ਿੰਮੇਵਾਰੀ ਸਮਝਾਂਗੇ, ਇੱਥੋਂ ਤੱਕ ਕਿ ਸਮਾਜ ਦਾ ਜਿਹੜਾ ਆਮ ਤੋਂ ਆਮ ਜਿਹੜਾ ਵਿਅਕਤੀ ਹੈ, ਜਿਹੜੇ ਘਰ ਦੇ ਸਾਡੇ ਬਾਹਰ ਕੋਈ ਕੂੜਾ ਕਰਕਟ, ਕੋਈ ਲਿਫਾਫਾ, ਕੋਈ ਹੋਰ ਚੀਜ਼ ਹੈ, ਆਪਾਂ ਉਹਨੂੰ ਕਿਤੇ ਅੱਗ ਲਾਉਂਦੇ ਆ, ਕਿਤੇ ਵੇਸਟ ਕਰਦੇ ਆ, ਕੋਈ ਹੋਰ ਚੀਜ਼, ਹਰ ਇੱਕ ਨੂੰ ਇਹਦੇ ਵਿੱਚ ਹਿੱਸਾ ਪਾਉਣਾ ਪਊਗਾ ਤਾਂ ਜਾ ਕੇ ਆਪਾਂ ਮੈਂ ਤੁਹਾਡੀ ਅਪੀਲ ਦੇ ਉਲਟ ਨਹੀਂਗਾ ਜੀ। ਕਿਸਾਨਾਂ ਨੂੰ ਪਰਾਲੀ ਨਹੀਂ ਸਾੜਨੀ ਚਾਹੀਦੀ, ਸਰਕਾਰ ਨੂੰ ਕੀ ਦੇਣਾ ਚਾਹੀਦਾ, ਸਰਕਾਰ ਨੂੰ ਵੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਸੰਧੂ ਸਾਹਿਬ ਮੇਰਾ ਸਵਾਲ ਤਾਂ ਹੈ ਸਰ, ਕਿਸਾਨਾਂ ਨੂੰ ਅਸੀਂ ਵਿਲਨ ਬਣਾ ਕੇ ਪੇਸ਼ ਕਰਤਾ, ਕਿਸਾਨ ਬੇਬਸ ਹੈ, ਮਜਬੂਰ ਹੈ, ਇਸ ਕਰਕੇ ਉਹ ਪਰਾਲੀ ਸਾੜਦਾ ਪਾਉਂਦਾ। ਸ਼ੌਂਕ ਹੈ ਸਰ ਪਰਾਲੀ ਸਾੜਨਾ ਸੰਧੂ ਸਾਹਿਬ? ਅਸੀਂ ਤਾਂ ਕਿਸਾਨਾਂ ਨੂੰ ਵਿਲਨ ਬਣਾ ਕੇ ਪੇਸ਼ ਕਰਤਾ ਸਾਰੀ ਕਚਹਿਰੀ ਦੇ ਵਿੱਚ। ਬਿਲਕੁਲ ਵੀ ਨਹੀਂ। ਕਿਸਾਨ ਆਪ ਜਦੋਂ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਖੁਦ ਜਿਹੜੇ ਨੇ ਉਹ ਕਿਸਾਨ ਨੇ, ਅਸੀਂ ਖੁਦ ਕਿਸਾਨ ਆ, ਤਕਰੀਬਨ ਜਿੰਨੇ ਪੈਨਲਿਸਟ ਬੈਠੇ ਨੇ ਤਕਰੀਬਨ ਸਾਰਿਆਂ ਦੀ ਖੇਤੀਬਾੜੀ ਹੈਗੀ ਹੈ। ਪੰਜਾਬ ਜਿਹੜਾ ਖੇਤੀ ਪ੍ਰਧਾਨੀ ਸੂਬਾ ਹੈ, ਇਸ ਕਰਕੇ ਬਹੁਤ ਗਿਣਤੀ ਲੋਕ ਜਿਹੜੇ ਖੇਤੀ ਕਰਦੇ ਆ। ਇਹ ਨਹੀਂ ਹੈਗਾ ਕਿ ਅਸੀਂ ਕੋਈ ਸਾਰੇ ਵਿਲੇ ਨਾ, ਸਾਰੇ ਜਿਹੜੇ ਨੇ ਉਹ ਰੋਟੀ ਰੋਜੀ ਜਿਹੜੀ ਕਮਾਉਂਦੇ ਆ ਉਹਦੇ ਵਾਸਤੇ ਸਾਡਾ ਇਹ ਕਿੱਤਾ ਹੈ। ਇਸ ਕਰਕੇ ਔਰ ਉਹਦੇ ਵਾਸਤੇ ਜਿਹੜੇ ਉਪਰਾਲੇ ਜਿਹੜੇ ਕਰਨੇ ਪੈ ਰਹੇ ਨੇ, ਵੇਖੋ ਇੱਕ ਪਾਸੇ ਤਾਂ ਜਿਹੜੀਆਂ ਮਸ਼ੀਨਾਂ ਜਿਹੜੀਆਂ ਨੇ ਸਰਕਾਰ ਉਹ ਮੁਹੱਈਆ ਕਰ ਰਹੀ ਹੈ, ਉਹ ਇੱਕ ਤਰੀਕਾ ਹੈ, ਔਰ ਦੂਜੇ ਪਾਸੇ ਜਿਹੜਾ ਧੂਆਂ ਜਿਹੜੇ ਨੇ ਕਿਸਾਨ ਉਹਦਾ ਜਿਹੜਾ ਹੈਗਾ ਜਿਵੇਂ ਉਹਦੀ ਕੋਈ 1500 ਰੁਪਇਆ 500 ਰੁਪਇਆ ਔਰ 2500 ਰੁਪਏ ਦੀ ਜਿਹੜੀ ਪ੍ਰਪੋਜ਼ਲ ਸੀ, ਜਿਹੜੀ ਉਧਰ ਨੂੰ ਜਿਹੜਾ ਵੱਧ ਰਿਹਾ ਔਰ ਕਿਸਾਨਾਂ ਦੇ ਔਰ ਸਰਕਾਰ ਦੇ ਵਿਚਾਲੇ ਉਹਦੇ ਵਿੱਚ ਗੱਲ ਹੋ ਰਹੀ ਹੈ। ਦੂਜੇ ਪਾਸੇ ਜਿੱਥੇ ਤੁਸੀਂ ਫੈਕਟਰੀਆਂ ਦੀ ਗੱਲ ਕੀਤੀ ਹੈ, ਫੈਕਟਰੀਆਂ ਦੇ ਵਿੱਚ ਵੀ ਵੇਖੋ ਟ੍ਰੀਟਮੈਂਟ ਪਲਾਂਟ ਕੁਝ ਜਿਹੜੇ ਨੇ ਉਹ ਲੱਗ ਰਹੇ ਨੇ ਔਰ ਉਹਦੇ ਵਿੱਚ
ਲਾਉਣੇ ਵੀ ਪੈਣਗੇ। ਸੰਧੂ ਸਾਹਿਬ ਮੈਨੂੰ ਥੋੜਾ ਸਪੈਸੀਫਿਕ ਜਵਾਬ ਦੇ ਦਿਓ ਸਰ। ਜਿਹੜੇ ਇੰਡਸਟਰੀ ਵਾਲੇ ਪ੍ਰਦੂਸ਼ਣ ਕਰਦੇ ਆ, ਜਿਹੜੇ ਆਤਿਸ਼ਬਾਜ਼ੀਆਂ ਚਲਾਉਂਦੇ ਆ, ਪਟਾਕੇ ਚਲਾਉਂਦੇ ਆ, ਉਹ ਗੁਰੂ ਨਾਨਕ ਨਾਮ ਲੈਵਾ ਸੰਗਤ ਨਹੀਂ ਹੈਗੀ ਸਰ? ਨਹੀਂ ਹੈਗੀ ਆ, ਬਿਲਕੁਲ ਹੈਗੀ ਹੈ ਜੀ, ਬਿਲਕੁਲ ਹੈਗੀ ਆ। ਪਰ ਤੁਸੀਂ ਇੱਕ ਵੇਖੋ, ਜਿਹੜਾ ਖੇਤੀ ਹੈ ਨਾ, ਜਿਹੜੀ ਖੇਤੀ ਦਾ ਜਿਹੜਾ ਫਲਸਫਾ, ਇਹ ਤੁਸੀਂ ਵੇਖੋ ਵੀ ਕੁਦਰਤੀ ਇਹਦੇ ਵਿੱਚੋਂ ਜਿਹੜਾ ਕੁਦਰਤ ਔਰ ਰੱਬ ਜਿਹੜਾ ਉਹ ਆਪ ਜਿਹੜਾ ਹੈ ਉਹ ਬੋਲਦਾ ਹੈ। ਤੁਸੀਂ ਉਹਦੇ ਵਿੱਚ ਵੇਖੋ, ਜਦੋਂ ਜਿਹੜਾ ਕੋਈ ਫਸਲ ਹੈ, ਫਸਲ ਦੇ ਵਿੱਚ ਨਾ ਮੈਂ ਸਾਰਾ ਇੱਕ ਬੇਨਤੀ ਕਰਦਾ, ਲੱਖਾਂ ਜੀਵ ਜੰਤੂ ਉਹਦੇ ਵਿੱਚ ਜਿਹੜੇ ਹੁੰਦੇ ਨੇ, ਔਰ ਜਿਹੜੇ ਉਹ ਸਾਰੇ ਜਿਹੜੇ ਨੇ ਅਰਦਾਸ ਕਰਦੇ ਨੇ ਵੀ ਜਿਹੜੀ ਇੱਥੇ ਖੇਤੀਬਾੜੀ ਜਿਹੜੀ ਮਿੱਟੀ ਹੈ ਜਿਹੜੀ ਉਹ ਇਸੇ ਤਰ੍ਹਾਂ। ਚਲੋ ਸੰਧੂ ਸਾਹਿਬ ਬਹੁਤ ਸੋਹਣੀ ਗੱਲ ਤੁਸੀਂ ਕਰਦੇ ਪਏ। ਸੰਧੂ ਸਾਹਿਬ ਮੈਨੂੰ ਤੁਹਾਡੀ ਕਿਸੇ ਵੀ ਗੱਲ ਤੇ ਇਤਰਾਜ਼ ਨਹੀਂ ਹੈਗਾ ਸਰ। ਮੇਰਾ ਸਵਾਲ ਬੜਾ ਸਿੱਧਾ ਹੈ ਸੰਧੂ ਸਾਹਿਬ ਜਥੇਦਾਰ ਸਾਹਿਬ ਤੋਂ ਵੀ ਅਪੀਲ ਕਰ ਦਿਓ ਨਾ, ਅਸੀਂ ਬੇਬਸ ਹੈ, ਕਿਸਾਨਾਂ ਨੂੰ ਖੁਦਕੁਸ਼ੀ ਕਰਨ ਤੋਂ ਰੋਕੋ ਜਥੇਦਾਰ ਸਾਹਿਬ, ਅਸੀਂ ਕੁਝ ਨਹੀਂ ਕਰ ਸਕਦੇ। ਕਿਉਂ ਨਹੀਂ ਕਹਿੰਦੇ ਤੁਸੀਂ ਜਥੇਦਾਰ ਸਾਹਿਬ ਨੂੰ? ਫਿਰ ਸੁਣ ਲਓ, ਫੈਕਟਰੀਆਂ ਬਾਕੀ ਚੀਜ਼ਾਂ ਮੈਨ ਮੇਡ ਹੈਗੀਆਂ ਨੇ, ਇਹ ਜਿਹੜੀ ਨਾ ਇਹ ਚੀਜ਼ ਕੁਦਰਤੀ ਹੈ, ਕੁਦਰਤ ਨੂੰ ਤੁਸੀਂ ਬਿਲਕੁਲ ਰਿਜੈਕਟ ਨਹੀਂ ਕਰ ਸਕਦੇ। ਚਲੋ ਮੈਨੂੰ ਉਮੀਦ ਹੈ ਸੰਧੂ ਸਾਹਿਬ, ਮੈਨੂੰ ਉਮੀਦ ਹੈ ਮੇਰੇ ਬਾਕੀ ਪੈਨਲਿਸਟ ਤੋਂ ਵੀ ਮੈਨੂੰ ਮੇਰੇ ਮੁਤਾਬਕ ਜਵਾਬ ਨਹੀਂ ਮਿਲਣਾ ਹੈ ਸਰ। ਮੇਰੇ ਸਵਾਲ ਹੀ ਇਹੋ ਜਿਹੇ ਸਰ, ਮੈਨੂੰ ਪਤਾ ਮੈਨੂੰ ਜਵਾਬ ਨਹੀਂ ਮਿਲਨੇ ਅੱਜ। ਮੈਂ ਪ੍ਰੋਫੈਸਰ ਮਨਜੀਤ ਸਿੰਘ ਤੋਂ ਇੱਕ ਸਵਾਲ ਲੈ ਲਾ, ਉਸ ਤੋਂ ਬਾਅਦ ਮੈਂ ਬ੍ਰੇਕ ਲੈਣੀ ਹੈ, ਫਿਰ ਬਾਕੀ ਮੈਂ ਉਹਨਾਂ ਕੋਲ ਜਾਊਂਗਾ। ਪ੍ਰੋਫੈਸਰ ਮਨਜੀਤ ਸਿੰਘ, ਵੈਸੇ ਜਥੇਦਾਰ ਸਾਹਿਬ ਕੋਲ ਇੱਕ ਮਿੰਟ ਸਰ, ਸੰਧੂ ਸਾਹਿਬ ਰੁਕ ਜਾਓ, ਹੁਣ ਸੰਧੂ ਸਾਹਿਬ ਮੈਂ ਆਊਂਗਾ ਤੁਹਾਨੂੰ। ਪ੍ਰੋਫੈਸਰ ਮਨਜੀਤ ਸਿੰਘ, ਜਥੇਦਾਰ ਸਾਹਿਬ ਕੋਲ ਜਾਣਾ ਕੋਈ ਗੁਨਾਹ ਨਹੀਂ ਸਰ, ਜਾਓ ਜੀ ਸਦਕੇ ਜਾਓ, ਚਿੱਠੀ ਵੀ ਦੇ ਕੇ ਆਓ ਉਹਨਾਂ ਨੂੰ। ਮੈਨੂੰ ਤਾਂ ਐਂ ਲੱਗਦਾ ਜਾਂ ਤਾਂ ਜਥੇਦਾਰ ਸਾਹਿਬ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਪਾ ਰਹੇ, ਜਾਂ ਫਿਰ ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਪਾ ਰਹੀ, ਤਾਂ ਜੋ ਜਥੇਦਾਰ ਸਾਹਿਬ ਕੋਲ ਗਏ। ਪ੍ਰੋਫੈਸਰ ਮਨਜੀਤ ਸਿੰਘ, ਮੈਂ ਬੜਾ ਕਨਫਿਊਜ਼ ਹਾਂ ਸਾਰੇ, ਚਿੱਠੀ ਨੂੰ ਪੜ੍ਹ ਕੇ ਮੈਨੂੰ ਦੱਸੋ ਸਰ। ਪ੍ਰੋਫੈਸਰ ਮਨਜੀਤ ਸਿੰਘ, ਨਹੀਂ ਕਨਫਿਊਜ਼ ਹੋਣ ਦੀ ਲੋੜ ਨਹੀਂ ਹੈ। ਜਥੇਦਾਰ ਜਿਹੜੇ ਆ ਉਹ ਸਿੱਖ ਸਮੁਦਾਇ ਦੇ ਜਥੇਦਾਰ ਹੈਗੇ ਆ, ਔਰ ਉਹ ਧਾਰਮਿਕ ਕੰਮਾਂ ਦੇ ਹੈਗੇ, ਤੇ ਧਰਮ ਦੇ ਵਿੱਚੋਂ ਹੀ ਕੋਟ ਕਰਕੇ ਕਿ ਪਵਨ ਗੁਰੂ ਪਾਣੀ ਪਿਤਾ ਵਾਲੀ, ਤੇ ਇਹ ਸਾਰਿਆਂ ਨੂੰ ਅਪੀਲ ਕਰ ਰਹੇ ਆ। ਹੁਣ ਇਹ ਗੱਲ ਮੇਰਾ ਖਿਆਲ ਹੈ ਕਿ ਕਰਨ 'ਚ ਅਪੀਲ ਕੋਈ ਹਰਜ ਨਹੀਂ ਆ, ਪਰ ਨਾਲ ਇਹ ਗੱਲ ਮੰਨ ਲੈਣੀ ਚਾਹੀਦੀ ਆ ਕਿ ਸਾਡੇ ਵੱਸ ਤੋਂ ਗੱਲ ਬਾਹਰ ਰਹਿ ਗਈ। ਮੈਂ ਬਹੁਤਾ ਟਾਈਮ ਨਹੀਂ ਲੈਣਾ। ਤੁਹਾਨੂੰ ਯਾਦ ਹੈ ਕਿ ਜਿਹੜੇ 40 ਪੂਸਾ ਇੰਸਟੀਚਿਊਟ ਦਿੱਲੀ ਤੋਂ 40,000 ਰੁਪਏ ਦੇ ਕੈਪਸੂਲ ਖਰੀਦੇ ਸੀ, ਪੰਜਾਬ, ਹਰਿਆਣਾ ਤੇ ਯੂਪੀ ਦੇ ਵਿੱਚ ਉਹਦਾ ਟੈਸਟ ਹੋਇਆ ਸੀ, 15 ਕਰੋੜ ਦੀ ਉਹਦੀ ਐਡਵਰਟਾਈਜ਼ਮੈਂਟ ਕੀਤੀ ਸੀ ਕਿ ਲੱਭ ਗਿਆ ਜੀ, ਲੱਭ ਗਿਆ ਜੀ, ਲੱਭ ਗਿਆ। ਤੁਹਾਡੇ ਸ਼ਹਿਰ ਦੇ ਵਿੱਚ ਹੱਲ ਲੱਭ ਗਿਆ, ਉਹ ਹੱਲ ਕਿੱਥੇ ਗਿਆ? ਹੁਣ ਆਪਾਂ ਗੱਲ ਹੀ ਭੁੱਲ ਜਾਂਦੇ ਆ ਸਾਰੀ, ਵੀ ਇੰਨੀ ਮਸ਼ਹੂਰੀ ਕਰਕੇ ਵਾਹੀ ਖੱਟ ਕੇ ਹੁਣ ਕਹਿੰਦੇ ਕਿ ਉਹਦਾ ਕੰਮ ਹੀ ਨਹੀਂ ਆ, ਉਹਦੇ ਵੀ ਕੈਪਸੂਲ ਕੰਮ ਹੀ ਨਹੀਂ ਕਰਦੇ ਹੈਗੇ। ਉਹਦੇ ਨਾਲ ਜਿਹੜੇ ਸੰਧੂ ਸਾਹਿਬ ਇੰਦਰਜੀਤ ਜੀ ਕਹਿ ਰਹੇ ਆ ਕੀੜੇ, ਹੋਰ ਜਿਹੜੇ ਜ਼ਮੀਨ ਦਾ ਵਾਤਾਵਰਨ ਹੁੰਦਾ ਆ, ਮੈਂ ਬਿਲਕੁਲ ਇਹਨਾਂ ਨਾਲ ਸਹਿਮਤ ਹਾਂ। ਅੱਗ ਨਹੀਂ ਲਾਉਣੀ ਚਾਹੀਦੀ, ਉਹਦੇ ਨਾਲ ਬਹੁਤ ਕੁਝ ਜ਼ਮੀਨ ਦਾ ਨੁਕਸਾਨ ਹੁੰਦਾ, ਉਹਦੀ ਉਪਜਾਊ ਸ਼ਕਤੀ ਦਾ ਨੁਕਸਾਨ ਹੁੰਦਾ। ਪਰ ਫਿਰ ਆਪਾਂ ਰੌਲਾ ਪਾਉਣ ਤੋਂ ਜ਼ਿਆਦਾ, ਵਾਹਵਾਈ ਕਰਨ ਤੋਂ ਜ਼ਿਆਦਾ ਧਰਾਤਲ ਤੇ ਪਹਿਲਾਂ ਕੰਮ ਕਰ ਲਿਆ ਕਰੀਏ, ਫਿਰ ਲੋਕ ਆਪੇ ਲੋਕ ਵਾਹਵਾਈ ਕਰ ਦੇਣਗੇ, ਤੁਹਾਨੂੰ ਐਡਵਰਟਾਈਜ਼ਮੈਂਟ ਕਰਨ ਦੇ ਕੋਈ ਲੋੜ ਨਹੀਂ ਸੀ। ਦੂਜਾ, ਤੁਹਾਡੇ ਕੋਲ ਐਡਾ ਇੱਕ ਵੱਡਾ ਸੇਵਕ ਹੈਗਾ ਜਿਹਨੂੰ ਤੁਸੀਂ MP ਬਣਾਇਆ, ਜਿਹਨੇ ਕਾਲੀ ਬੇਈਂ ਦਾ ਪਾਣੀ ਆਪ ਪੀ ਕੇ ਸਾਰਿਆਂ ਨੂੰ ਦੱਸਿਆ, ਤੇ ਹੁਣ ਉਹ ਕਿਉਂ ਨਹੀਂ ਅੱਗੇ ਆ ਕੇ ਸਾਰੇ ਪੰਜਾਬ ਦੇ ਵਿੱਚ ਕੰਪੇਨ ਕਰਦੇ? ਕਿਉਂ ਨਹੀਂ ਬੁੱਢੇ ਨਾਲੇ ਬਾਰੇ ਕੁਝ ਖੁੱਲ ਕੇ ਬੋਲਦੇ? ਮੇਰਾ ਤੇ ਖਿਆਲ ਆ ਕਿ ਆਪਣੀ ਉਹਨਾਂ ਦੀ ਜਿਹੜੀ ਸਿਲੈਕਸ਼ਨ ਰਾਜ ਸਭਾ ਦੀ ਉਹ ਹੋਈ ਇਸੇ ਕਰਕੇ, ਵਾਤਾਵਰਨ ਕਰਕੇ ਆ। ਇਹ ਗੱਲ ਜਿੱਥੇ ਤੁਸੀਂ ਉਹਨਾਂ ਨੂੰ ਅਪੀਲ ਕਰਦੇ ਆ, ਆਪਣੇ MP ਨੂੰ ਅੱਗੇ ਲਾ ਕੇ, ਜਿਨ੍ਹਾਂ ਦਾ ਅਕਸ ਉਹੋ ਜਿਹਾ, ਉਹਨਾਂ ਨੂੰ ਅੱਗੇ ਤੁਰਨਾ ਚਾਹੀਦਾ ਇਸ ਗੱਲ ਦੇ ਉੱਤੇ। ਤਾਂ ਓਵਰਆਲ ਮੈਨੂੰ ਇੰਜ ਲੱਗਦਾ ਕਿ ਦੇਖੋ, ਜਿਹੜੇ ਸ਼ੁਰੂਆਤ ਦੇ ਵਿੱਚ ਸਰਕਾਰ ਨੇ ਇੱਕ ਅਸਰਸ਼ਨ ਕੀਤੀ ਕਿ ਦੇਖੋ ਅਸੀਂ ਲਾਲ ਐਂਟਰੀਆਂ ਕਰ ਦਿਆਂਗੇ, ਅਸੀਂ ਤੁਹਾਡੇ ਖਾਤਿਆਂ ਦੇ ਵਿੱਚ ਇੰਜ ਹੋ ਜਾਊਗਾ, ਅਜੇ ਉਹ ਗੱਲ ਬਾਹਰ ਧੜੱਲੇ ਨਾ ਆਉਣੀ ਸੀ ਤੇ ਰੌਲਾ ਪੈ ਗਿਆ, ਤੇ ਇੱਕਦਮ ਕਹਿਣਾ ਪਿਆ ਕਿ ਨਹੀਂ ਇੰਜ ਨਹੀਂ ਕਰਾਂਗੇ, ਕਿਉਂਕਿ ਇਸ ਵੇਲੇ ਪੰਜਾਬ ਮਾਡਲ ਜਿਹੜਾ ਆ ਉਹ ਦੂਸਰੀ ਜਗ੍ਹਾ ਰਾਜਨੀਤਿਕ ਤੌਰ ਤੇ ਉਹਦਾ ਇੱਕ ਅਕਸ਼ ਦਿਖਾਉਣਾ ਆ। ਇਸ ਲਈ ਇੱਥੇ ਹਰ ਕਿਸਮ ਦੀ ਸ਼ਾਂਤੀ ਚਾਹੀਦੀ ਹੈ, ਤੇ ਚੁੱਪ-ਚਪੀਤੇ ਕਈ ਕਿਸਮ ਦੇ ਕੰਪਰੋਮਾਈਜ਼ ਵੀ ਹੋਣਗੇ। ਤੇ ਬੜਾ ਵੱਡਾ ਇਸ਼ਾਰਾ ਕਰਤਾ ਤੁਸੀਂ। ਇੱਕ ਛੋਟਾ ਬ੍ਰੇਕ ਲਊਂਗਾ, ਬ੍ਰੇਕ ਤੋਂ ਵਾਪਸ ਆਊਂਗਾ। इंतजार हो तक दा जो तक जथेदार साहब का कोई बयान नहीं होता, कोई संबोधन नहीं होता, कोई संदेश नहीं होता गा, वो तक का इंतजार है। एक कैबिनेट मंत्री ने आके बाहर किया कि उन्होंने बड़ा ध्यान नाल सुनिया तो अपील है वो मनणगे भी, पर सवाल ये है कल्ले किसान ही क्यों, सारे जने असी सारे रल के वातावरण के लिए क्यों नहीं सोचते। सवाल ये भी हैगा, किसानों को अपील मननी चाहिए, पर किसान कहता सानू पैसे दो, असी पराली नूं कित्थे सांभीए। धरना भी लग्या होया कि जथेदार साहब धरना भी चुका देंगे। मेरा सवाल है वापस आ रहा
ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਜਥੇਦਾਰ ਕੋਲ ਕਿਉਂ ਪੁੱਜੀ ਸਰਕਾਰ ਤੇ ਵੱਡਾ ਸਵਾਲ ਤੁਹਾਡੇ ਸਾਹਮਣੇ ਜਥੇਦਾਰ ਤੋਂ ਪਰਾਲੀ ਪ੍ਰਬੰਧਾਂ ਤੇ ਕਿਹੜਾ ਸੰਦੇਸ਼ ਚਾਹੁੰਦੀ ਹੈ ਆਪ ਸਰਕਾਰ। ਕਰਨੈਲ ਸਿੰਘ ਪੀਰ ਅਹਿਮਦ ਜੀ, ਪੀਰ ਅਹਿਮਦ ਸਾਹਿਬ, ਜਥੇਦਾਰ ਸਾਹਿਬ ਜ਼ਰੂਰ ਆਪ ਚਿੰਤਾ ਵਿੱਚ ਹੋਣਗੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇਹ ਗੱਲਾਂ ਕਹੀਆਂ ਹੋਈਆਂ ਨੇ। ਕਰਨੈਲ ਸਿੰਘ ਪੀਰ ਅਹਿਮਦ ਜੀ, ਆਮ ਆਦਮੀ ਪਾਰਟੀ ਨੇ ਜੇ ਜਥੇਦਾਰ ਸਾਹਿਬ ਕੋਲੇ ਪਹੁੰਚ ਕੀਤੀ ਹੈ, ਸਰਕਾਰ ਨੇ ਪਹੁੰਚ ਕੀਤੀ ਹੈ, ਜਥੇਦਾਰ ਸਾਹਿਬ ਨੂੰ ਕਿਹੜਾ ਰੁਖ ਅਪਣਾਉਣਾ ਚਾਹੀਦਾ? ਦੇਖੋ, ਜਥੇਦਾਰ ਸਾਹਿਬ ਕੋਲ ਕੋਈ ਵੀ ਜਾ ਸਕਦਾ, ਚੰਗੇ ਇਰਾਦੇ ਨਾਲ, ਨੇਕ ਨੀਤੀ ਦੇ ਨਾਲ ਜਾ ਕੇ ਆਪਣੀ ਗੱਲ ਰੱਖਣੀ ਕੋਈ ਮਾੜੀ ਗੱਲ ਨਹੀਂ। ਪਰ ਉਸ ਤੋਂ ਪਹਿਲਾਂ ਕੀ ਹੋਇਆ? ਉਸ ਤੋਂ ਪਹਿਲਾਂ ਲਗਾਤਾਰ ਕਿਸਾਨਾਂ ਨੂੰ ਨਿਸ਼ਾਨਾ ਬਣਾ ਕੇ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਲਗਾਤਾਰ ਕਹਿੰਦੇ ਰਹੇ ਆ ਕਿ ਇੱਥੋਂ ਜਿਹੜਾ ਪ੍ਰਦੂਸ਼ਣ ਹੈ ਉਹ ਇੱਥੋਂ ਜਾਂਦੀ ਹੈ ਜਿਹੜੀ ਹਵਾ, ਔਰ ਉਹ ਸਾਡੇ ਦਿੱਲੀ ਨੂੰ ਬਹੁਤ ਖਰਾਬ ਕਰਦੇ ਆ ਤੇ ਪ੍ਰਦੂਸ਼ਣ ਬੜਾ ਫੈਲਦਾ ਹੈ। ਇਹ ਲਗਾਤਾਰ ਅੱਜ ਦੀ ਗੱਲ ਨਹੀਂ, ਪਿਛਲੇ 5-7 ਸਾਲਾਂ ਤੋਂ ਇਹ ਗੱਲ ਲਗਾਤਾਰ ਚੱਲਦੀ ਰਹੀ ਹੈ ਔਰ ਇਹ ਲਗਾਤਾਰ ਇੱਕ ਬਹਿਸ ਦਾ ਵਿਸ਼ਾ ਬਣੀ ਰਹੀ ਹੈ। ਉਸ ਤੋਂ ਬਾਅਦ ਆ ਜੋ ਬੀਤੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਅੰਦਰ ਖਾਤੇ ਇਹ ਗੱਲ ਚੱਲਦੀ ਰਹੀ ਕਿ ਕਿਸਾਨਾਂ ਨੂੰ ਉਹਨਾਂ ਦੇ ਜਿੰਨੇ ਵੀ ਲਾਇਬਿਲਿਟੀ ਹੈ ਉਸ ਦੇ ਨਾਲ ਜੋੜ ਦਿੱਤਾ ਜਾਏਗਾ। ਜੇ ਉਹਨਾਂ ਨੇ ਆਪਣੀ ਨਿਤਮਰਾ ਜ਼ਿੰਦਗੀ ਦੇ ਵਿੱਚ ਕੋਈ ਲੋਨ ਲੈਣਾ ਜਾਂ ਕੋਈ ਕਲੀਅਰੈਂਸ ਲੈਣੀ ਹੈ ਤਾਂ ਜਿੰਨੀ ਦੇਰ ਤੱਕ ਉਹ ਜਿਹੜਾ ਪਰਾਲੀ ਦੇ ਬਾਰੇ ਆਪਣਾ ਸਪਸ਼ਟ ਲਿਖ ਕੇ ਨਹੀਂ ਦਿੰਦੇ ਜਾਂ ਕੋਈ ਕਲੀਅਰੈਂਸ ਨਹੀਂ ਲੈਂਦੇ, ਜੇ ਕਿਸੇ ਦੇ ਉੱਪਰ ਜਿਹੜਾ ਅੱਗ ਲਾਉਣ ਦਾ ਇਲਜ਼ਾਮ ਲੱਗ ਜਾਂਦਾ ਤਾਂ ਉਸ ਨੂੰ ਜਿਹੜੀ ਉਹ ਕਲੀਅਰੈਂਸ ਨਹੀਂ ਮਿਲੇਗੀ, NOC ਨਹੀਂ ਮਿਲੇਗੀ। ਇਹ ਜਿਹੜੀ ਗੱਲ ਸੀ ਉਹ ਕਰਨ ਤੋਂ ਬਾਅਦ ਜਦੋਂ ਇੱਕ ਸੰਘਰਸ਼ ਦੇ ਰੂਪ ਦੇ ਵਿੱਚ ਕਿਸਾਨਾਂ ਦੀਆਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋਈਆਂ ਔਰ ਜਿਹੜੇ ਜੋਗਿੰਦਰ ਸਿੰਘ ਉਗਰਾਹਾਂ ਨੇ ਉਹ ਜਾ ਕੇ ਮਿਲੇ, ਹੋਰ ਵੀ ਸਾਰੇ ਅਲੱਗ-ਅਲੱਗ ਮੁੱਖ ਮੰਤਰੀ ਸਾਹਿਬ ਨੂੰ ਮਿਲੇ, ਤੇ ਜਦੋਂ ਪੰਜਾਬ ਸਰਕਾਰ ਨੂੰ ਇਹ ਲੱਗਾ ਕਿ ਅਸੀਂ ਤਾਂ ਬੜੇ ਕੜਿੱਕੀ ਦੇ ਵਿੱਚ ਫਸ ਗਏ ਹਾਂ ਕਿ ਅਸੀਂ ਇਹ ਵੱਡੇ ਐਲਾਨ ਕਰ ਚੁੱਕੇ ਹਾਂ, ਖਬਰਾਂ ਆ ਚੁੱਕੀਆਂ ਨੇ ਤੇ ਹੁਣ ਇਹਦੇ ਵਿੱਚੋਂ ਨਿਕਲਣਾ ਕੀ ਹੈ। ਤੇ ਫਿਰ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਕੋਲ ਜਾ ਕੇ ਜਿਹੜਾ ਅੱਜ ਬੇਨਤੀ ਪੱਤਰ ਦਿੱਤਾ ਹੈ ਉਸ ਦੇ ਵਿੱਚ ਸਪਸ਼ਟ ਗੱਲ ਇਹ ਵੀ ਕਰਨੀ ਚਾਹੀਦੀ, ਜਥੇਦਾਰ ਸਾਹਿਬ ਪੁੱਛਣਗੇ ਮੇਰੇ ਖਿਆਲ ਮੁਤਾਬਕ ਕਿ ਭਾਈ ਤੁਸੀਂ ਇਹਦਾ ਅਲਟਰਨੇਟਿਵ ਕੀ ਲੱਭਿਆ, ਕਿ ਤੁਸੀਂ ਇਹ ਗੱਲ ਲੈ ਕੇ ਤਾਂ ਇੱਥੇ ਆ ਗਏ ਹੋ ਲੇਕਿਨ ਇਹਦਾ ਅਲਟਰਨੇਟਿਵ ਕੀ ਹੈ ਕਿ ਕਿਸਾਨ ਜਿਹੜੇ ਆ ਉਹ ਕਿਸੇ ਖੁਸ਼ੀ ਵਜੋਂ ਇਹ ਕੰਮ ਕਰਦੇ ਨੇ ਜਾਂ ਮਜਬੂਰੀ ਵਸ ਉਹ ਕਰਦੇ ਆ ਤੇ ਉਹਦਾ ਹੱਲ ਕੀ ਹੈ। ਇਹ ਜਿਹੜੀਆਂ ਗੱਲਾਂ ਨੇ ਇਸ ਦਾ ਇੱਕ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਦੇ ਉੱਤੇ ਸੰਬੰਧ ਜੁੜਿਆ ਹੋਇਆ। ਰਾਜਨੀਤਿਕ ਤੌਰ ਦੇ ਉੱਤੇ ਕਿ ਅਸੀਂ ਲਾਹ ਕੱਟਣਾ ਕਿ ਅਸੀਂ ਵੇਖੋ ਜੀ ਵਾਤਾਵਰਨ ਦੀ ਸ਼ੁੱਧਤਾ ਲਈ ਗਲੋਬਲ ਵਾਈਜ਼ ਜਿਹੜੇ ਉਪਰਾਲੇ ਹੋ ਰਹੇ ਨੇ, ਅਸੀਂ ਵੀ ਇੱਕ ਉਪਰਾਲਾ ਕਰ ਰਹੇ ਹਾਂ, ਉਹ ਤਾਂ ਇੱਕ ਅਲੱਗ ਚੀਜ਼ ਹੈ। ਲੇਕਿਨ ਜਿਵੇਂ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨੇ ਕਿਹਾ ਹੈ, ਬਾਬਾ ਬਲਵੀਰ ਸਿੰਘ ਸੀਚੇਵਾਲ, ਮੈਂ ਜੇ 2-3 ਦਿਨ ਪਹਿਲਾਂ ਗਿਆ ਸੀ, ਮੈਂ ਵੀ ਉਹਨਾਂ ਨੂੰ ਮਿਲਿਆ ਸੀ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਜਿਹੜੀ ਜੀਰੇ ਦੇ ਵਿੱਚ ਇੱਕ ਫੈਕਟਰੀ ਹੈ ਉਸ ਦੇ ਮਸਲੇ ਦੇ ਉੱਤੇ ਬੜਾ ਇੱਕ ਸੰਘਰਸ਼ ਲੜਿਆ ਜਾ ਰਿਹਾ ਤੇ ਉਸ ਦੇ ਉੱਤੇ ਬਾਬਾ ਜੀ ਨੇ ਕਿਹਾ ਕਿ ਦੇਖੋ ਜੀ 3 ਥਾਵਾਂ ਤੋਂ ਜਿਹੜਾ ਉਹ ਫੈਕਟਰੀ ਦਾ ਜਿਹੜਾ ਜੋ ਵੀ ਮਸਲਾ ਹੈਗਾ ਉਸ ਦੇ ਉੱਤੇ ਜਿਹੜੇ ਆਪਣੇ ਸਾਰੇ ਸੈਂਪਲ ਲੈ ਗਏ ਨੇ, ਉਹ ਸੈਂਪਲ ਜਿਹੜੇ ਕਲੀਅਰ ਆਏ ਨੇ ਤੇ ਉਹ ਕਹਿੰਦੇ ਜੀ ਫਿਰ ਵੀ ਮੈਂ ਸੰਘਰਸ਼ ਨੂੰ ਕੋਈ ਗਲਤ ਨਹੀਂ ਕਹਿੰਦਾ ਪਰ ਬੈਠ ਕੇ ਕੋਈ ਇਹਦਾ ਹੱਲ ਕੱਢਣਾ ਚਾਹੀਦਾ। ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਨੀ ਚਾਹਣਾ ਕਿ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਕੋਲ ਗਏ ਹੋ, ਚੰਗੀ ਗੱਲ ਹੈ, ਲੇਕਿਨ ਉਸ ਤੋਂ ਪਹਿਲਾਂ ਆਪਣੀ ਸਥਿਤੀ ਦਾ ਸਪਸ਼ਟ ਕਰੋ ਕਿ ਤੁਸੀਂ ਕਿਸਾਨਾਂ ਦੇ ਉੱਤੇ ਐਡਾ ਵੱਡਾ ਇਲਜ਼ਾਮ ਲਾਇਆ ਤੇ ਕਿਸਾਨ ਜਿਹੜੇ ਆ ਕੀ ਉਹ ਖੁਸ਼ੀ ਵਜੋਂ ਸਾਰਾ ਕੁਝ ਕਰਦੇ ਆ। ਚਲੋ ਠੀਕ ਹੈ ਵੀਰ ਅਹਿਮਦ ਸਾਹਿਬ, ਮਜਬੂਰੀ ਨੂੰ ਸਮਝਿਆ ਜਾਵੇ। ਠੀਕ ਹੈ ਵੀਰ ਅਹਿਮਦ ਸਾਹਿਬ। ਨਰਿੰਦਰ ਸੰਧੂ, ਕਾਂਗਰਸ ਦਾ ਪਹਿਲਾ ਟੇਕ। ਕੇਪੀ ਸਿੰਘ ਜੀ, ਗੱਲ ਦੇਖੋ, ਅੱਜ ਧਾਰੀਵਾਲ ਸਾਹਿਬ ਜੀ ਗਏ ਅਕਾਲ ਤਖਤ, ਸਰਵੋੱਚ ਹੈ ਸਾਡਾ, ਜਾਣਾ ਚਾਹੀਦਾ, ਹਰ ਇੱਕ ਬੰਦੇ ਨੂੰ ਜਾਣਾ ਚਾਹੀਦਾ ਜਦੋਂ ਕੋਈ ਪ੍ਰੋਬਲਮ ਹੈ, ਜਦੋਂ ਕੋਈ ਮੁਸੀਬਤ ਆ। ਬੜੀ ਖੁਸ਼ੀ ਹੈ ਮੈਨੂੰ ਗਏ ਨੇ, ਪਰ ਦੇਖੋ ਉਹਨਾਂ ਨੇ ਹਵਾਲਾ ਦਿੱਤਾ ਪਵਨ ਗੁਰੂ ਪਾਣੀ ਪਿਤਾ ਤੇ ਮਾਤਾ ਧਰਤ ਮਹਤ, ਹਨਾ। ਪਹਿਲਾਂ ਪਵਨ ਦੀ ਗੱਲ ਕਰੀਏ ਤੇ ਪਰਾਲੀ ਤੇ ਇਹਨਾਂ ਨੇ ਕਿਹਾ ਸੀ 1500 ਰੁਪਇਆ ਦਿਆਂਗੇ ਤੇ ਜਿਹੜਾ ਪ੍ਰੋਫੈਸਰ ਸਾਹਿਬ ਨੇ ਕਿਹਾ, ਕੇਜਰੀਵਾਲ ਨੇ ਕਿਹਾ ਸੀ ਵੀ ਡੀਕੰਪੋਜ਼ ਵਾਸਤੇ ਅਸੀਂ ਇੱਕ ਕੈਮੀਕਲ ਲੱਭ ਲਿਆ, ਸਾਰੀ ਪਰਾਲੀ ਗਲ ਜੂਗੀ ਸੜਦੀ। ਅੱਜ ਕਿੱਥੇ ਆਓ ਡੀਕੰਪੋਜ਼ ਵਾਸਤੇ ਜਿਹੜੇ ਕੈਮੀਕਲ, ਉਹ ਮਿਸਟਰ ਕੇਜਰੀਵਾਲ ਜੀ ਕਿੱਥੇ ਜੇ ਕਰੋੜਾਂ ਰੁਪਏ ਤੁਸੀਂ ਉਹਦੇ ਤੇ ਖਰਚ ਦਿੱਤੇ। ਪਾਉਣ ਦੀ ਗੱਲ ਹੋ ਗਈ। ਅੱਛਾ, ਪਾਣੀ ਦੀ ਗੱਲ ਕਰੀਏ, ਇਹ ਪਾਣੀ BBMB ਦੇ ਉੱਤੇ ਇਹਨਾਂ ਦਾ ਸਟੈਂਡ ਹੈਗਾ ਕੋਈ? ਜਥੇਦਾਰ ਸਾਹਿਬ ਕਦੇ ਭੱਜ ਕੇ ਚਲੇ ਗਏ ਨੇ, ਉਦੋਂ ਕਿੱਥੇ ਸੀ ਸਟੈਂਡ? ਉਹ ਪਾਣੀ ਦੀ ਗੱਲ ਕਰਨੇ ਸੀ ਨੇ, BBMB ਪਾਣੀ ਦਾ ਸਾਰਾ ਜਿਹੜਾ ਉਹ ਸਤਿਆਨਾਸ਼ ਇਹਨਾਂ ਨੇ ਕਰ ਦਿੱਤਾ। ਅੱਛਾ, ਉਸ ਤੋਂ ਬਾਅਦ ਚੱਲੀਏ ਧਰਤ ਦੀ, ਜ਼ਮੀਨਾਂ ਦੀ ਰਜਿਸਟਰੀਆਂ ਦੇ ਲੋਕਾਂ ਕੋ
ਹੋਣ ਨਹੀਂ ਡਈਆਂ, ਬੰਦ ਪਈਆਂ ਨੇ, ਐਨਓਸੀਆਂ ਹੋਣ ਨਹੀਂ ਡਈਆਂ, ਧਰਤ ਦੀ ਗੱਲ ਹੀ ਹੈ ਨਾ। ਤੁਸੀਂ ਉਹ ਕਰੋ। ਉਹ ਜਸਦਾ ਸਾਹਿਬ ਨੂੰ ਤੁਸੀਂ ਜਾ ਕੇ ਦੱਸਿਆ ਕਿਸੇ ਲੋਕਾਂ ਦੇ ਰਜਿਸਟਰ ਨਹੀਂ ਕਰ ਰਹੇ, ਐਨਓਸੀਆਂ ਨਹੀਂ ਹੋ ਰਹੀਆਂ, ਉਹ ਤੇ ਕੋਈ ਗੱਲ ਨਹੀਂ ਕੀਤੀ। ਸੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਉਹ ਠੀਕ ਹੈ, ਬਹੁਤ ਵਧੀਆ ਗੁਰਬਾਣੀ ਸਾਡੀ ਕਹਿੰਦੀ ਆ, ਪਰ ਤੁਸੀਂ ਆਪਣੀ ਪੰਜਾਬ ਸਰਕਾਰ ਆਪਣੇ ਹੱਥ ਕੰਮ 'ਚ ਟੋਟਲ ਫੇਲ ਹੋ। ਸਿਰਫ ਇੱਕੋ ਚੀਜ਼ ਤੁਸੀਂ ਪਾਸ ਹੋ, ਲਾਸਟ ਮੈਂ ਦੱਸਦਾ, ਇੱਕੋ ਚੀਜ਼ 'ਚ ਪਾਸ ਨਹੀਂ, ਕਾਹਦੇ ਵਿੱਚ? ਐਡਵਰਟਾਈਜ਼ਮੈਂਟ ਦੇ ਵਿੱਚ, ਅਖਬਾਰਾਂ ਦੇ ਵਿੱਚ। ਗੁਜਰਾਤ ਦੇ ਵਿੱਚ ਮੈਂ ਕੱਲ ਮੱਧ ਪ੍ਰਦੇਸ਼ ਹੈਰਾਨ ਹੋ ਗਿਆ ਦੇਖ ਕੇ, ਉੱਥੇ ਇਹ ਪੈਸੇ ਫੂਕੀ ਜਾਂਦੇ ਨੇ। ਉਹ ਭਾਈ ਉਹ ਪੈਸੇ ਉੱਥੇ ਨਾ ਫੂਕ ਕੇ ਲੋਕ ਕਿਸਾਨਾਂ ਨੂੰ ਪਰਾਲੀ ਜਿਹੜੇ ਸਾੜਨ ਵਾਸਤੇ ਨਹੀਂ ਦਿੰਦੇ, ਉਹਨਾਂ ਨੂੰ ਤਾਂ ਦੇ ਦਿਓ। ਨਰਿੰਦਰ ਸੰਧੂ ਜੀ, ਕੋਰਟ ਦੇ ਤਾਂ ਆਰਡਰ ਪਹਿਲਾਂ ਦੇ ਆ, ਤੁਸੀਂ ਪਰਾਲੀ ਸੰਬੰਧੀ ਕਿਸਾਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਆਪਣੀ ਸਰਕਾਰ ਵੇਲੇ? ਗੱਲ ਤੇ ਕੇਪੀ ਸਿੰਘ ਜੀ ਅੱਜ ਦੀ ਹੋਣ ਡਈ ਹੈ ਵੀ ਅੱਜ ਜਥੇਦਾਰ ਸਾਡੇ ਕੋਲ ਪ੍ਰਧਾਨ ਸਾਹਿਬ ਕੋਲ ਜਥੇਦਾਰ ਕੋਲ ਕਿੰਨੇ ਚੱਲ ਗਏ? ਫਿਰ ਇਹ ਕਿਉਂ ਫਿਰ ਜਥੇਦਾਰ ਕੋਲ ਗਏ? ਜਥੇਦਾਰ ਕੋਲ ਗਏ ਤੇ ਫਿਰ ਸਾਰੀ ਕੈਬਨਿਟ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰ ਲੈਣ, ਹਰ ਇੱਕ ਮਸਲਾ ਜਿਹੜਾ ਉਹਨਾਂ ਕੋਲ ਜਾ ਕੇ ਫੈਸਲਾ ਕਰਾਇਆ ਕਰਨ। ਠੀਕ। ਕੁਲਦੀਪ ਧਾਲੀਵਾਲ, ਇੱਕ ਮਿੰਟ ਮੈਂ ਆ ਰਿਹਾ ਤੁਹਾਡੇ ਕੋਲ, ਤੁਹਾਡਾ ਨਾਮ ਹੀ ਮੰਤਰੀ ਸਾਹਿਬ ਨਾਲ ਮਿਲਦਾ ਜੁਲਦਾ। ਇੰਦਰਜੀਤ ਸੰਧੂ ਜੀ, ਸੰਧੂ ਸਾਹਿਬ, ਜੇ ਜਥੇਦਾਰ ਸਾਹਿਬ ਨੇ ਉਲਟਾ ਤੁਹਾਨੂੰ ਕਹਿਤਾ ਕਿ 2500 ਪਰ ਏਕੜ ਜਾਂ 3000 ਪਰ ਏਕੜ ਕਿਸਾਨਾਂ ਨੂੰ ਦਿਓ, ਜਥੇਦਾਰ ਸਾਹਿਬ ਦਾ ਆਦੇਸ਼ ਮੰਨੋਗੇ? ਦੇਖੋ ਗੱਲ ਇਹ ਆ ਵੀ ਜਥੇਦਾਰ ਜੀ ਨੇ ਕੋਈ ਸਿਆਸੀ ਬਿਆਨ ਥੋੜੀ ਦੇਣੇ ਨੇ। ਜਥੇਦਾਰ ਜੀ ਨੇ ਧਾਰਮਿਕ ਅਗਵਾਈ ਜਿਹੜੀ ਉਹ ਕਰਨੀ ਹੈ। ਔਰ ਇਹ ਸਿਆਸੀ ਬਿਆਨ ਹੈ, ਇਹ ਸਿਆਸੀ ਬਿਆਨ ਹੈ। ਜੇ ਕਿਸਾਨਾਂ ਦੀ ਮਦਦ ਕਰਨ ਲਈ ਜੇ ਤੁਸੀਂ ਚਿੱਠੀ ਵਿੱਚ ਲਿਖਦੇ ਪਏ ਹੋ ਸੰਧੂ ਸਾਹਿਬ, ਤੁਸੀਂ ਲਿਖਿਆ ਚਿੱਠੀ ਵਿੱਚ ਗੁਰੂ ਨਾਨਕ ਨਾਮ ਲੇਵਾ ਕਿਸਾਨ ਵੀਰਾਂ ਨੂੰ, ਉਹ ਗੁਰੂ ਨਾਨਕ ਨਾਮ ਲੇਵਾ ਕਿਸਾਨ ਵੀਰਾਂ ਲਈ ਜੇ ਸਰਕਾਰ ਨੂੰ ਕਹਿ ਦੇਣਗੇ ਕਿ ਇਹਨਾਂ ਨੂੰ 2500 ਪਰ ਏਕੜ ਦੇ ਦਿਓ, ਸਰਕਾਰ ਦੇ ਦੂਗੀ ਸਰ? ਸੰਧੂ ਸਾਹਿਬ ਲਈ ਕਿੰਨਾ ਫੰਡ ਮੁਹੱਈਆ ਕਰਨਾ ਹੈ, ਇਹ ਚੀਜ਼ਾਂ ਜਿਹੜੀਆਂ ਨੇ, ਜਿਹੜਾ ਜਦੋਂ ਆਪਾਂ ਗੁਰੂ ਸਾਹਿਬ ਅੱਗੇ ਰਜੋਈ ਕਰਦੇ ਆ ਜਾਂ ਸਾਹਿਬ ਅੱਗੇ ਕਰਦੇ ਆ, ਉਹਦੇ ਕੋਈ ਧਾਰਮਿਕ ਜਿਹੜੇ ਮਹਿਣੇ ਹੁੰਦੇ ਨੇ ਸਾਰਾ ਪੰਜਾਬ ਵਿੱਚ ਜਿਹੜਾ ਉਹ, ਕਿਉਂਕਿ ਗੁਰੂਆਂ ਦੀ ਧਰਤੀ ਹੈ, ਇੱਥੇ ਲੋਕ ਉਹਨਾਂ ਦੀ ਗੱਲ ਜਿਹੜੀ ਉਹ ਮੰਨਦੇ ਨੇ। ਔਰ ਜਦੋਂ ਅਕਾਲ ਤਖਤ ਸਾਹਿਬ ਤੋਂ ਅਜਿਹਾ ਕੋਈ ਆਦੇਸ਼ ਆਉਂਦਾ ਹੈ ਤਾਂ ਕਿਉਂਕਿ ਇੱਕ ਸਮਾਜਿਕ ਰੂਪ 'ਚ ਇੱਕ ਹੁੰਦਾ ਵੀ ਸਰਕਾਰੀ ਪੱਧਰ ਤੇ ਕੋਸ਼ਿਸ਼ਾਂ, ਇੱਕ ਹੁੰਦੀ ਹੈ ਉਹਨੂੰ ਸਮਾਜਿਕ ਜਿਹੜਾ ਮੂਵਮੈਂਟ ਬਣਾਉਣੀ। ਉਹ ਜਿਹੜੀ ਸਮਾਜਿਕ ਮੂਵਮੈਂਟ ਜਿਹੜੀ ਹੈ ਤਾਂ ਬਣਦੀ ਹੈ ਜੇ ਸਮਾਜਿਕ ਆਗੂ ਜਾਂ ਧਾਰਮਿਕ ਆਗੂ ਜਿਹੜੇ ਨੇ ਉਹ ਜਦੋਂ ਅਪੀਲ ਕਰਦੇ ਨੇ ਕਦੀ ਜ਼ਿਆਦਾ। ਮੈਂ ਤੁਹਾਡੇ ਇਸ ਐਸਪੈਕਟ ਨਾਲ ਬਹੁਤ ਸਹਿਮਤ ਹਾਂ। ਇੱਕ ਸਮਾਜਿਕ ਅਪੀਲ ਹੈ, ਇੱਕ ਸਮਾਜਿਕ ਜਿਹੜੀ ਵਿਚਾਰਧਾਰਾ, ਇੱਕ ਸਮਾਜਿਕ ਮੁਹਿੰਮ ਹੈ, ਉਹਨੂੰ ਅੱਗੇ ਲਿਜਾਣਾ। ਮੈਂ ਇਸ ਨਾਲ ਤੁਹਾਡੇ ਇਸ ਐਸਪੈਕਟ ਨਾਲ ਸਹਿਮਤੀ ਹੈ ਪ੍ਰਗਟ ਕਰਦਾ। ਕੁਲਦੀਪ ਸਿੰਘ ਧਾਲੀਵਾਲ ਸਾਹਿਬ, ਬੜਾ ਸਿੱਧਾ ਸਵਾਲ ਹੈ। ਕੇਂਦਰ ਸਰਕਾਰ ਨੇ ਮਦਦ ਤੋਂ ਹੱਥ ਖੜੇ ਕਰਤੇ ਕਿ ਅਸੀਂ ਨਹੀਂ ਮਦਦ ਕਰ ਸਕਦੇ, ਦਿੱਲੀ ਤੇ ਪੰਜਾਬ ਦੋਨਾਂ ਨੂੰ ਕੋਰੀ ਨਾ ਕੀਤੀ ਹੈ। ਜਥੇਦਾਰ ਸਾਹਿਬ ਬਿਨਾਂ ਮੁਆਵਜ਼ਾ ਦਵਾਏ ਕਿਸਾਨਾਂ ਨੂੰ ਅਪੀਲ ਕਰਨਗੇ, ਕਿਸਾਨ ਮੰਨ ਜਾਣਗੇ? ਕੁਲਦੀਪ ਸਿੰਘ ਧਾਲੀਵਾਲ, ਪਹਿਲੀ ਗੱਲ ਤਾਂ ਕੇਪੀ ਮੈਂ ਤੁਹਾਨੂੰ ਇਹ ਦੱਸਦਾ ਕਿ ਕੇਂਦਰ ਸਰਕਾਰ ਨੇ ਕਿਤੇ ਹੱਥ ਨਹੀਂ ਖੜੇ ਕੀਤੇ। ਆਮ ਆਦਮੀ ਪਾਰਟੀ ਨੇ ਜਿਹੜੇ ਗਲਤ ਪ੍ਰੈਪੋਗੈਂਡੇ ਕੀਤੇ ਆ, ਮੈਂ ਹਰ ਚੈਨਲ ਤੇ ਉਹਦਾ ਪਰਦਾਫਾਸ਼ ਕਰਦਾ। ਪਰ ਅੱਜ ਤੁਹਾਡੇ ਦਰਸ਼ਕਾਂ ਨੂੰ ਵੀ ਇਹ ਗੱਲ ਦੱਸ ਦਿੰਦਾ ਕਿ ਭਾਵੇਂ ਉਹ ਸਾਰੇ ਪੰਜਾਬ ਦੀ ਫਸਲ MSP ਤੇ ਚੱਕਣ ਦੀ ਗੱਲ ਹੈ, ਅਸੀਂ ਚੱਕ ਰਹੇ ਹਾਂ। ਇਹ ਨਹੀਂ ਚੱਕ ਰਹੇ ਤਾਂ ਗੁਜਰਾਤ 'ਚ ਜਾ ਕੇ ਰੌਲਾ ਪਾਉਂਦੇ ਆ ਵੀ ਅਸੀਂ 5 ਫਸਲਾਂ ਦੀ MSP ਦਿੱਤੀ ਹੈ, ਸਾਰੇ ਪੈਨਲਿਸਟ ਬੈਠੇ ਆ ਵੀ ਇੱਕ ਦੀ ਵੀ ਨਹੀਂ ਮਿਲੀ। ਭਾਵੇਂ ਇਹ ਪਰਾਲੀ ਪ੍ਰਬੰਧਨ ਦੀ ਗੱਲ ਹੈ, 500 ਕਰੋੜ ਰੁਪਇਆ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਜਾਰੀ ਕਰਦੀ ਹੈ ਔਰ ਉਹਦੇ 'ਚ ਜਿਹੜੀਆਂ ਮਸ਼ੀਨਾਂ ਵਗੈਰਾ ਲੈ ਕੇ ਸਬਸਿਡੀਆਂ ਜਿਹੜੀਆਂ ਹੈਗੀਆਂ ਸਰਕਾਰ ਪਹੁੰਚਾਉਂਦੀ ਹੈ। ਜਿਹੜਾ ਇਹਨਾਂ ਨੇ 1 ਲੱਖ ਮਸ਼ੀਨ ਵੰਡਣ ਦਾ ਵੱਡਾ ਗੁੰਮਰਾਹਕੁਨ ਪ੍ਰਚਾਰ ਕੀਤਾ ਹੈ, ਉਹ ਵੀ ਅੱਜ ਸਾਰਾ ਜਿਹੜਾ ਹੈਗਾ ਸਾਹਮਣੇ ਆ ਗਿਆ ਕਿ ਲੱਖ ਮਸ਼ੀਨ ਇਹਨਾਂ ਨੇ ਕੋਈ ਨਹੀਂ ਵੰਡੀ। ਜਿਹੜਾ ਪੈਸਾ ਕੇਂਦਰ ਤੋਂ ਆਇਆ ਉਹ ਵੀ ਇਹਨਾਂ ਨੇ ਫੁੱਟ ਕਰ। ਇਹ ਦੋ ਸਮੇਂ ਮਾਫੀ ਚਾਹੁੰਦਾ, ਦੋ ਸਮੇਂ ਬੰਦਾ ਜਿਹੜਾ ਨਾ ਉਹ ਪ੍ਰਮਾਤਮਾ ਦੇ ਦਰ ਤੇ ਜਾਂਦਾ, ਜਿਹੜਾ ਧਾਰਮਿਕ ਬੰਦਾ। ਇੱਕ ਤਾਂ ਜਦੋਂ ਕੋਈ ਚੀਜ਼ ਦੀ ਚੰਗੀ ਸ਼ੁਰੂਆਤ ਕਰਨੀ ਹੁੰਦੀ ਹੈ ਤੇ ਇੱਕ ਜਦੋਂ ਕੋਈ ਉਹਦੇ ਸਾਰੇ ਪਾਸੋਂ ਹੱਥ ਖੜੇ ਹੋ ਜਾਣ। ਤੇ ਜਿਹੜੀ ਆਪਾਂ ਨੂੰ ਪਤਾ ਵੀ ਆਪਾਂ ਕਿਸ ਤਰੀਕੇ ਨਾਲ ਦੋਨਾਂ ਸਮੇਂ ਨੂੰ ਲੈਂਦੇ ਆ। ਤੇ ਜਦੋਂ ਅੱਜ ਪੰਜਾਬ ਸਰਕਾਰ ਦੇ ਸਾਰੇ ਪਾਸੋਂ ਹੱਥ ਖੜੇ ਹੋ ਗਏ, ਇਹਨਾਂ ਨੂੰ ਕੁਛ ਨਹੀਂ ਦੱਸਿਆ ਵੀ ਹੁਣ ਅਸੀਂ ਪੈਸੇ ਵੀ ਕੇਂਦਰ ਤੋਂ ਆਏ ਡਕਾਰ ਦੇ, ਅਸੀਂ ਕੇਂਦਰ ਸਰਕਾਰ ਨੂੰ ਬਦਨਾਮ ਕਰ ਕਰਕੇ ਸਾਰੇ ਚੈਨਲਾਂ ਤੇ ਦੇਸ਼ ਵਿਦੇਸ਼ ਦੇ ਵਿੱਚ ਆਪਦੀ ਵਾਹ ਲਾ ਲਈ। ਹਕੀਕਤ ਜਿਹੜੀ ਆ ਲੋਕਾਂ ਦੇ ਸਾਹਮਣੇ ਆ ਗਈ ਵੀ ਅਸੀਂ 1 ਰੁਪਿਆ ਨਹੀਂ ਦਿੱਤਾ, ਮੂੰਗੀ ਨਹੀਂ ਖਰੀਦੀ, ਪਰਾਲੀ ਪ੍ਰਬੰਧਨ ਦੇ ਪੈਸੇ ਵੀ ਖਾ ਗਏ ਔਰ ਸਾਡਾ ਕੋਈ ਜਿਹੜਾ ਲਿਕੁਇਡ ਦਾ ਸੀਗਾ ਉਹ ਕਹਿੰਦੇ ਸੀ ਅਸੀਂ ਚੱਲ ਗਿਆ, ਸਾਡਾ ਉਹ ਵੀ ਨਹੀਂ ਚੱਲਿਆ। ਤੇ ਹੁਣ ਦਾ ਪ੍ਰਮਾਤਮਾ ਦਾ ਡਰ ਰਹਿ ਗਿਆ, ਉੱਤੇ ਜਾ ਕੇ ਮੱਥਾ ਟੇਕ ਦਿਓ, ਸ਼ਾਇਦ ਰੱਬ ਬਖਸ਼ ਦੇ, ਪਰ ਰੱਬ ਨਹੀਂ ਬਖਸ਼ਦਾ। ਇਹਨਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ। ਜਥੇਦਾਰ ਸਾਹਿਬ ਠੀਕ ਹੈ, ਸਮਾਜਿਕ ਤੌਰ ਤੇ ਸਾਡੇ ਜਥੇਦਾਰ ਅਗਵਾਈ ਕਰਦੇ ਆ, ਉਹ ਕਹਿ ਦੇਣਗੇ ਵੀ ਭਾਈ ਪਰਾਲੀ ਨੂੰ ਅੱਗ ਨਾ ਲਾਓ। ਬਹੁਤੇ ਕਿਸਾਨ ਨਹੀਂ ਲਾਉਂਦੇ, ਅੱਜ ਵੀ ਜੈਵਿਕ ਖੇਤੀ ਕਰਦੇ ਉਹ ਨਹੀਂ ਲਾਉਂਦੇ, ਬੜੇ ਕਿਸਾਨ ਜਿਹੜੇ ਨਹੀਂ ਲਾਉਂਦੇ, ਪਰ ਜਿਨ੍ਹਾਂ ਦੀ ਵਿਚਾਰਿਆਂ ਦੀ ਮਜਬੂਰੀ ਹੈ ਉਹ ਕੀ ਕਰਨਗੇ?
ਉਹਨਾਂ ਨੂੰ ਤੁਸੀਂ ਕੋਈ ਕਿਸੇ ਕਿਸਰ ਦੀ ਗੱਲ ਨਹੀਂ ਕੀਤੀ। ਸਿਰਫ ਇੱਕ ਗੱਲ ਇਹਨਾਂ ਨੇ ਲੈ ਕੇ ਚਲੇ ਗਏ ਸਾਰੇ ਲੋਕਾਂ ਦੇ ਵਿੱਚ ਵੀ ਅਸੀਂ ਤਾਂ 2500 ਰੁਪਏ ਚੋਂ 1000 ਦੇਣ ਨੂੰ ਤਿਆਰ ਸੀ ਜੀ, 1500 ਰੁਪਇਆ ਕੇਂਦਰ ਦੇਣ ਨੂੰ ਭੱਜ ਗਿਆ। ਉਹ ਗੱਲ ਵਾਰ-ਵਾਰ ਰਿਪੀਟ ਕਰਕੇ ਜਿਹੜਾ ਕੇਂਦਰ ਸਰਕਾਰ ਦੇ ਕੀਤੇ ਕੰਮ ਹੈ ਉਹਨਾਂ ਨੂੰ ਵੱਟੇ ਖਾਤੇ ਪਾਉਣ ਦੀ ਇਹਨਾਂ ਨੇ ਆਪਦੇ ਇਸ਼ਤਿਹਾਰਾਂ ਨਾਲ ਕੋਸ਼ਿਸ਼ ਕੀਤੀ ਹੈ, ਪਰ ਉਹ ਪੈਣਗੇ ਨਹੀਂ। ਔਰ ਇਹ ਗੱਲ ਚੰਗੀ ਤਰ੍ਹਾਂ ਮੇਰੀ ਜਾਨ ਲੈਣ ਆਮ ਆਦਮੀ ਪਾਰਟੀ ਤੇ ਸਰਕਾਰ ਕਿ ਇਹਨਾਂ ਦਾ ਬੁਰਾ ਵਕਤ ਸ਼ੁਰੂ ਹੋ ਚੁੱਕਿਆ ਹੈ, ਕਿਉਂਕਿ ਜਿਹੜਾ ਅੱਜ ਇਹ ਬਪਲਾ ਕੇ ਨਹੀਂ ਜੈਦਰ ਸਾਹਿਬ ਕੋਲੇ ਚਲੇ ਗਏ ਤਾਂ ਬੁਰਾ ਵਕਤ ਸ਼ੁਰੂ ਹੋ ਗਿਆ। ਧਾਲੀਵਾਲ ਸਾਹਿਬ ਪਰਮਾਤਮਾ ਸਮਤ ਬਖਸ਼ਣ, ਕਿਉਂਕਿ ਪਰਮਾਤਮਾ ਅਸੀਂ ਤੇ ਕੁਲਦੀਪ ਧਾਲੀਵਾਲ ਜੈਦਰ ਸਾਹਿਬ ਕੋਲੇ ਚਲੇ ਗਏ ਤਾਂ ਬੁਰਾ ਵਕਤ ਸ਼ੁਰੂ ਹੋ ਗਿਆ। ਮੈਂ ਇਹ ਨਹੀਂ ਕਿ ਜਥੇਦਾਰ ਸਾਹਿਬ ਕੋਲੇ ਚਲੇ ਗਏ, ਮੈਂ ਕਿਹਾ ਬੰਦਾ ਉਦੋਂ ਜਾਂਦਾ ਜਦੋਂ ਮੁਸੀਬਤ ਪੈਂਦੀ ਹੈ, ਤੇ ਅੱਗੋਂ ਮੈਂ ਵੀ ਅਸੀਂ ਇਹਨਾਂ ਨੂੰ ਇਹੀ ਅਸੀਸ ਦਿੰਦੇ ਆ, ਪ੍ਰਮਾਤਮਾ ਇਹਨਾਂ ਨੂੰ ਸਮਤ ਬਖਸ਼ਣ। ਅੱਛਾ, ਜਦੋਂ ਦੇਸ਼ ਦੇ ਵੱਡੇ ਵੱਡੇ ਮੰਤਰੀ ਜਥੇਦਾਰ ਸਾਹਿਬ ਨੂੰ ਮਿਲਦੇ ਉਦੋਂ ਮੁਸੀਬਤ ਪੈਂਦੀ ਤਾਂ ਮਿਲਦੇ ਆ? ਕੀਤੀਆਂ ਨਾ ਬੈਠਕਾਂ ਪਿੱਛੇ ਜੇ, ਬੈਠਕਾਂ ਕੀਤੀਆਂ ਨਾ ਮੰਤਰੀ ਸਭਾਵਾਂ ਨੇ ਪਿੱਛੇ ਜੇ ਧਾਲੀਵਾਲ ਸਾਹਿਬ? ਰਾਜਨੀਤਿਕ ਮਸਲੇ ਹੋਰ ਹੁੰਦੇ ਆ, ਮੇਰੇ ਸਾਥੀ ਪੈਨਲਿਸਟ ਨੇ ਖੁਦ ਗੱਲ ਕੀਤੀ ਹੈ, ਰਾਜਨੀਤਿਕ ਮਸਲਾ ਨਹੀਂ। ਚਲੋ ਇੱਕ ਛੋਟਾ ਬ੍ਰੇਕ ਤੋਂ ਵਾਪਸ ਆਵਾਂਗੇ। ਮਸਲਾ ਰਾਜਨੀਤੀ ਕੀ ਹੈ ਸਾਰਾ, ਕਿਉਂਕਿ ਜੇ ਰਾਜਨੀਤੀ ਚਾਹੇ ਤਾਂ ਇਸ ਮਸਲੇ ਦਾ ਹੱਲ ਨਿਕਲ ਸਕਦਾ ਹੈ, ਕਿਉਂਕਿ ਰਾਜਨੀਤੀ ਦੇ ਕੋਲੇ ਨੀਤੀ ਹੁੰਦੀ ਹੈ। ਜੇ ਕਿਸਾਨਾਂ ਲਈ ਲਾਗੂ ਹੋਵੇ ਤਾਂ ਫਿਰ ਕਿਸਾਨ ਵੀ ਇਹ ਪਰਾਲੀ ਨਹੀਂ ਸਾੜਨਗੇ। ਇੰਨਾ ਕੁ ਸਾਨੂੰ ਕਿਸਾਨਾਂ ਤੇ ਵੀ ਵਿਸ਼ਵਾਸ ਰੱਖਣਾ ਪਵੇਗਾ, ਪਰ ਇਕੱਲੇ ਕਿਸਾਨ ਜ਼ਿੰਮੇਵਾਰ ਹੈ ਵਾਤਾਵਰਨ ਪਲੀਤ ਹੋਣ ਦੇ ਲਈ, ਇਸ ਗੱਲ ਨਾਲ ਮੈਂ ਕਤਈ ਸਹਿਮਤ ਨਹੀਂ ਹਾਂ। ਅਸੀਂ ਸਾਰੇ ਜ਼ਿੰਮੇਵਾਰ ਹਾਂ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਤੁਹਾਡੇ ਸਾਹਮਣੇ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਜਥੇਦਾਰ ਤੋਂ ਪਰਾਲੀ ਪ੍ਰਬੰਧਨ ਤੇ ਕਿਹੜਾ ਸੰਦੇਸ਼ ਚਾਹੁੰਦੀ ਹੈ ਆਪ ਸਰਕਾਰ? ਵੈਸੇ ਮਨਜੀਤ ਸਿੰਘ, ਮੈਨੂੰ ਲੱਗਦਾ ਜਥੇਦਾਰ ਸਾਹਿਬ ਨਾਰਾਜ਼ ਨਹੀਂ ਕਰਨਗੇ, ਸਰਕਾਰ ਨੂੰ ਨਿਰਾਸ਼ ਨਹੀਂ ਕਰਨਗੇ। ਜੋ ਉਹਨਾਂ ਨੇ ਅਪੀਲ ਕੀਤੀ ਹੈ, ਜਥੇਦਾਰ ਸਾਹਿਬ ਲਗਾਤਾਰ ਇਹ ਅਪੀਲਾਂ ਕਰਦੇ ਆ ਰਹੇ ਆ ਤੇ ਹੁਣ ਵੀ ਕਰ ਦੇਣਗੇ। ਪ੍ਰੋਫੈਸਰ ਮਨਜੀਤ ਸਿੰਘ। ਹਾਂ, ਗਿਆਨੀ ਕੇਵਲ ਸਿੰਘ ਜਿਹੜੇ ਫਾਰਮਰ ਜਥੇਦਾਰ ਆ ਦਮਦਮਾ ਸਾਹਿਬ ਦੇ, ਉਹ ਤੇ ਕਿੰਨੀ ਵਾਰੀ ਅਪੀਲ ਕੀਤੀ ਆ, ਲਿਖ ਕੇ ਲਿਟਰੇਚਰ ਵੰਡਿਆ ਉਹਨਾਂ ਨੇ ਬਹੁਤ ਸਾਰਾ, ਸਾਰੇ ਪੰਜਾਬ 'ਚ ਘੁੰਮ ਕੇ ਇਸ ਗੱਲ ਬਾਰੇ ਕਿਹਾ। ਦੇਖੋ, ਅਸੀਂ ਇਹਦੇ 'ਚ ਕੋਈ ਧਰਮ ਦਾ ਮਾਮਲਾ ਨਹੀਂ ਹੈ, ਕੋਈ ਜਾਤ ਦਾ ਮਾਮਲਾ ਨਹੀਂ ਹੈ, ਇਹ 'ਚ ਕੋਈ ਪੋਲਿਟਿਕਸ ਦਾ ਵੀ ਮਾਮਲਾ ਨਹੀਂ ਹੈ। ਵਾਤਾਵਰਨ ਤੇ ਜਿਵੇਂ ਖੁਦ ਇੰਦਰਜੀਤ ਜੀ ਕਹਿ ਰਹੇ ਆ, ਸਾਡੇ ਸਾਰਿਆਂ ਨੂੰ ਪ੍ਰਭਾਵਿਤ ਕਰਦਾ, ਅਮੀਰ ਹੋਏ ਗਰੀਬ ਹੋਏ, ਗਰੀਬਾਂ ਨੂੰ ਜ਼ਿਆਦਾ ਕਰਦਾ ਕਿਉਂਕਿ ਉਹਨਾਂ ਕੋਲ 4 ਪੈਸੇ ਨਹੀਂ ਹੁੰਦੇ। ਪਰ ਸਵਾਲ ਜਿਹੜਾ ਸਭ ਤੋਂ ਅਹਿਮ ਹੈ ਕਿ ਜਦੋਂ ਆਪਾਂ ਵਿਰੋਧੀ ਪਾਰਟੀ ਦੇ ਹੁੰਨੇ ਆ, ਉਦੋਂ ਅਸੀਂ ਗੰਡਾਸੇ ਚੱਕ ਕੇ ਅਗਲੇ ਦੀਆਂ ਬਰੂਹਾਂ ਵੱਢੀ ਜਾਂਦੇ ਆ। ਓਏ ਕਰੋ, ਓਏ ਤੁਸੀਂ ਕਿੱਥੇ ਚੱਲੇ, ਓਏ ਹੁਣ ਸਾਨੂੰ ਇੰਜ ਲੱਗਦਾ ਕਿ ਸਾਡੇ ਸਾਰਿਆਂ ਦਾ ਸਾਂਝਾ ਮਾਮਲਾ ਇਹ ਹੈਗਾ। ਇਹ ਜਦੋਂ ਵਿਰੋਧੀ ਪਾਰਟੀ ਹੁੰਨੇ ਆ ਉਦੋਂ ਵੀ ਸਾਨੂੰ ਇਹ ਚਲੋ ਮੈਂ ਇੱਕ ਸਵਾਲ ਕਰ ਲਾਂ ਪ੍ਰੋਫੈਸਰ ਮਨਜੀਤ ਸਿੰਘ। ਮੈਨੂੰ ਇਹ ਲੱਗਦਾ ਕਿ ਜੋ ਅਕਾਲੀ ਦਲ ਦੀ ਪੋਲਿਟਿਕਸ ਤੇ ਲਗਾਤਾਰ ਇਲਜ਼ਾਮ ਲੱਗਦੇ ਰਹੇ ਆ, ਆਮ ਆਦਮੀ ਪਾਰਟੀ ਨੇ ਉਸ ਪੋਲਿਟਿਕਸ ਨੂੰ ਵੀ ਇਸ ਮੁੱਦੇ ਦੇ ਨਾਲ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰੋਫੈਸਰ ਮਨਜੀਤ, ਤੁਹਾਨੂੰ ਲੱਗਦਾ? ਮੇਰਾ ਖਿਆਲ ਤੇ ਨਹੀਂ, ਉੱਥੇ ਉਹ ਗੱਲ ਦਾ ਅਸਰ ਨਹੀਂ ਹੋਊਗਾ, ਕਿਉਂਕਿ ਇਹ ਪੋਲੀਟੀਕਲ ਨਹੀਂ ਹੈ, ਅਕਾਲੀ ਦਲ ਨੂੰ ਨਹੀਂ ਹੈ, ਇਹ ਸ਼੍ਰੋਮਣੀ ਐਸਜੀਪੀਸੀ ਦੇ ਜਿਹੜੇ ਸਮੁੱਚੇ ਸਿੱਖਾਂ ਦੇ ਹੈਡ ਉਹਨਾਂ ਨਾਲ ਗੱਲ ਕੀਤੀ ਹੋਣ ਕਰਕੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਕੋਈ ਦੂਰੀਆਂ ਨੇੜਤਾਵਾਂ, ਇਹ ਤੇ ਦੇਖੋ ਪੰਡਤਾਂ ਦਾ ਕੰਮ ਹੈ, ਲਾਈ ਜਾਣਗੇ। ਮੈਂ ਅਜੇ ਇਟਸ ਟੂ ਅਰਲੀ। ਮੈਂ ਸਵਾਲ ਸਿੱਧਾ ਕਰ ਦਿੰਦਾ ਪ੍ਰੋਫੈਸਰ ਮਨਜੀਤ ਸਿੰਘ, ਸਵਾਲ ਸਿੱਧਾ ਕਰ ਦਿੰਦਾ ਫਿਰ ਨਾ ਤੁਸੀਂ ਉਧਰ ਪਾਓ। ਤੁਸੀਂ ਬੰਦੀ ਸਿੰਘਾਂ ਦੇ ਮਾਮਲੇ ਤੇ ਜਥੇਦਾਰ ਸਾਹਿਬ ਲਗਾਤਾਰ ਬੋਲਦੇ ਆਏ ਆ, ਇੱਕ ਮਾਮਲਾ ਇਹਨਾਂ ਕੋਲੇ ਵਿਚਾਰਧੀਨ ਹੈ, ਜਥੇਦਾਰ ਸਾਹਿਬ ਨੇ ਉਹ ਗੱਲ ਕੀਤੀ ਹੋਊਗੀ ਜਾਂ ਸਿਰਫ ਇਸੇ ਤੇ ਸੀਮਤ ਰਹੇ ਹੋਣਗੇ ਇਸ ਚਿੱਠੀ ਬਾਬਤ ਹੀ? ਪ੍ਰੋਫੈਸਰ ਮਨਜੀਤ ਸਿੰਘ ਦਾ ਜਵਾਬ ਦੇ ਦਿਓ ਨਾ ਫਿਰ। ਦੇਖੋ, ਮੇਰਾ ਤੇ ਖਿਆਲ ਹੈ ਕਿ ਇਹ ਤੇ ਸਾਡੇ ਸਾਰੀ ਸਰਕਾਰ ਨੂੰ, ਵਿੱਚ ਵਿਰੋਧੀ ਪਾਰਟੀ, ਜਿਵੇਂ ਪਾਣੀਆਂ ਦੇ SYL ਦੇ ਮਾਮਲੇ ਤੇ ਅਸੀਂ ਹਮੇਸ਼ਾ ਇਕੱਠੇ ਹੁੰਦੇ ਹਾਂ, ਹੋਰ ਇਹ ਤਿੰਨੇ ਕਾਲੇ ਕਾਨੂੰਨਾਂ ਦੇ ਮਾਮਲੇ ਤੇ ਵੀ ਇਕੱਠੇ ਸੀ, ਇਸ ਗੱਲ ਤੇ ਵੀ ਇਕੱਠੇ ਹੋਣਾ ਚਾਹੀਦਾ, ਭਾਵੇਂ ਉਹ ਰੂਲਿੰਗ ਹੋਵੇ, ਭਾਵੇਂ ਕੁਝ ਜਥੇਦਾਰ ਉਹਨਾਂ ਦੇ ਕਹਿਣ। ਜੇ ਉਹਨਾਂ ਨੇ ਕਿਹਾ ਹੋਵੇ ਤੇ ਚਲੋ ਚੰਗੀ ਗੱਲ ਹੈ, ਜੇ ਨਾ ਵੀ ਕਿਹਾ ਹੋਵੇ ਤੇ ਇਹਨਾਂ ਨੂੰ ਖੁਦ ਜਥੇਦਾਰ ਸਾਹਿਬ ਨੂੰ ਭਰੋਸਾ ਦਿਵਾਉਣਾ ਚਾਹੀਦਾ ਸੀ ਕਿ ਜੋ ਤੁਸੀਂ ਮੁੱਦੇ ਖੜੇ ਕਰ ਰਹੇ ਆ, ਅਸੀਂ ਤੁਹਾਡੇ ਨਾਲ ਖੜੇ ਆ ਤੇ ਸਰਕਾਰ ਵੱਲੋਂ ਇਹਦੇ ਤੇ ਰਿਜ਼ੋਲਵ ਪਾਵਾਂਗੇ ਅਸੀਂ ਅਸੈਂਬਲੀ ਦੇ ਵਿੱਚ। ਕਿਹੜਾ ਵਿਰੋਧ ਕਰੂਗਾ ਇਸ ਗੱਲ ਦਾ? ਕੋਈ ਨਹੀਂ ਵਿਰੋਧ ਕਰੂਗਾ। ਕੁਲਦੀਪ ਧਾਲੀਵਾਲ, ਤਾਂ ਲੱਗਦਾ ਕਿ ਸਿਰਫ ਇਸੇ ਤੇ ਹੀ ਇੱਕ ਚਰਚਾ ਹੋਈ ਹੋਊਗੀ ਜਾਂ ਇਸ ਤੋਂ ਇਲਾਵਾ ਹੋਰ ਮੁੱਦੇ ਵੀ ਡਿਸਕਸ ਹੋਏ ਹੋਣਗੇ? ਕਿਉਂਕਿ ਕੁਲਦੀਪ ਸਿੰਘ ਧਾਲੀਵਾਲ ਹਰਾਂ ਦੀ ਜਿਹੜੀ ਸਿਆਸਤ ਹੈ ਉਸੇ ਧਰਤੀ ਨੂੰ ਹੀ ਬਿਲੋਂਗ ਕਰਦੀ ਹੈ ਜਿੱਥੇ ਉਹ ਮਿਲਣ ਗਏ ਸੀਗੇ। ਨਹੀਂ, ਮੈਨੂੰ ਨਹੀਂ ਲੱਗਦਾ ਕੋਈ ਹੋਰ ਗੱਲ ਉਹਨਾਂ ਨੇ ਕੀਤੀ, ਕਿਉਂਕਿ ਜਿਹੜਾ ਚਿੱਠੀ ਹੈ ਉਹ ਮੈਂ ਵੀ ਪੜ੍ਹੀ ਹੈ, ਉਹਦੇ ਮੁਤਾਬਕ ਉਹ ਸਿਰਫ ਪਰਾਲੀ ਦੇ ਵਿਸ਼ੇ ਤੇ ਲਾਉਣਾ ਚਾਹੁੰਦੇ ਆ ਫੇਵਰ, ਤੇ ਉਹਦੇ ਮੁਤਾਬਕ ਹੀ ਇਹਨਾਂ ਨੇ ਗੱਲ ਜਿਹੜੀ ਹੈਗੀ ਉਹ ਰੱਖੀ ਹੋਊਗੀ ਮੰਤਰੀ ਸਾਹਿਬ ਨੇ।
ਔਰ ਮੈਨੂੰ ਵੀ ਇਹ ਆਸ ਜ਼ਰੂਰ ਹੈ, ਜਿਵੇਂ ਪ੍ਰੈਸ ਸਾਹਿਬ ਨੇ ਕਹੀ ਹੈ ਕਿ ਜਥੇਦਾਰ ਸਾਹਿਬ ਇਸ ਤੇ ਜ਼ਰੂਰ ਬਿਆਨ ਦੇਣਗੇ। ਸਰਕਾਰ ਦੀ ਝੋਲੀ ਦੇ ਵਿੱਚ ਇੰਨੀ ਗੱਲ ਤਾਂ ਜ਼ਰੂਰ ਪਊਗੀ ਕਿ ਉਹ ਗਏ ਹੈ, ਔਰ ਲੋਕ ਜਿੱਥੋਂ ਤੱਕ ਪਹਿਲਾਂ ਵੀ ਗੱਲਾਂ ਮੰਨਦੇ ਆ, ਜਿਹੜੇ ਕਰਦੇ ਕੁਦਰਤੀ ਖੇਤੀ ਉਹ ਮੰਨਣਗੇ ਵੀ, ਪਰ ਸਰਕਾਰ ਜਿਹੜੀ ਹੈ ਉਹ ਬਿਲਕੁਲ ਫੇਲ ਹੋ ਕੇ, ਨਿਰਾਸ਼ ਹੋ ਕੇ ਜਿਹੜਾ ਹੈਗਾ ਉੱਥੇ ਗਈ। ਚਲੋ ਨਰਿੰਦਰ ਸੰਧੂ ਜੀ, ਸੰਧੂ ਸਾਹਿਬ ਇਹ ਜਥੇਦਾਰ ਸਾਹਿਬ ਜੇ ਕਹਿ ਦੇਣਗੇ ਤੁਹਾਨੂੰ ਤਕਲੀਫ ਕੀ ਹੈ, ਕਹਿ ਲੈਣ ਦਿਓ ਨਾ ਜਥੇਦਾਰ ਸਾਹਿਬ ਨੂੰ। ਦੇਖੋ ਸਾਨੂੰ ਕੋਈ ਤਕਲੀਫ ਨਹੀਂ ਕੇਪੀ ਸਿੰਘ ਜੀ, ਮੈਂ ਤੁਹਾਨੂੰ ਪਹਿਲਾਂ ਕਿਹਾ ਅਕਾਲ ਤਖਤ ਸਰਵੋੱਚ ਆ, ਸਾਡੇ ਸਭ ਦੇ ਉਹ ਬੜੇ ਸਨਮਾਨੀ। ਪਰ ਇੱਕ ਗੱਲ ਆ, ਜੇ ਸਰਦਾਰ ਧਾਰੀਵਾਲ ਜੀ ਵਾਕਿਆ ਹੀ ਪੰਜਾਬ ਨੂੰ ਬਚਾਉਣ ਵਾਸਤੇ ਗਏ ਨੇ, ਫਿਰ ਤੇ ਅਸੀਂ ਵੀ ਇਹਦਾ ਸਵਾਗਤ ਕਰਦੇ। ਪਰ ਜੇ ਪਿੱਛੇ ਇਹਦੇ ਕੋਈ ਪੋਲੀਟੀਕਲ ਮਨਸ਼ਾ ਹੈ ਵੀ ਇਹਨਾਂ ਨੂੰ ਲੱਗਦਾ ਵੀ ਸਾਡੀ ਜਿਹੜੀ ਧਰਤ ਖਿਸਕ ਰਹੀ ਹੈ ਤੇ ਅਕਾਲੀ ਦਲ ਦੀ ਕਮਜ਼ੋਰ ਹੋ ਰਹੀ ਆ, ਅਸੀਂ ਉਹ ਐਸਜੀਪੀਸੀ ਦੇ ਵਿੱਚ ਸੇਂਧ ਲਾਉਣੀ ਆ ਜਾਂ ਕੁਝ ਹੋਰ ਕੰਮ ਕਰਨਾ, ਫਿਰ ਜੇ ਪੋਲੀਟੀਕਲ ਤਰੀਕੇ ਨਾਲ ਗਏ ਨੇ ਫਿਰ ਇਹ ਬਹੁਤ ਗਲਤ ਗੱਲ ਹੈ। ਕਿਉਂਕਿ ਦੇਖੋ ਸਰਵੋੱਚ ਅਕਾਲੀ ਦਲ ਆਪਣਾ ਅਕਾਲ ਤਖਤ ਸਰਵੋੱਚ ਆ, ਉਹਨਾਂ ਦੇ ਜਿਹੜੇ ਹੈਡ ਨੇ ਉਹ ਸਰਵੋੱਚ ਆ। ਫਿਰ ਮੈਂ ਕਹਿੰਦਾ ਜੇ ਪੰਜਾਬ ਨੂੰ ਬਚਾਉਣ ਵਾਸਤੇ ਗਏ ਨੇ ਬਹੁਤ ਵਧੀਆ ਗੱਲ ਹੈ, ਅਸੀਂ ਇਹਨਾਂ ਦੀ ਤਾਰੀਫ ਕਰਦੇ ਹਾਂ। ਪਰ ਜੇ ਪੰਜਾਬ ਨੂੰ ਬਚਾਉਣ ਵਾਸਤੇ ਨਹੀਂ, ਇਹ ਆਪਣੀ ਆਮ ਆਦਮੀ ਪਾਰਟੀ ਨੂੰ ਬਚਾਉਣ ਵਾਸਤੇ ਗਏ ਨੇ, ਫਿਰ ਇਹਨਾਂ ਦਾ ਹਸ਼ਰ ਬਹੁਤ ਬੁਰਾ ਹੋ। ਠੀਕ, ਕਰਨਾਲ ਸਾਹਿਬ ਵੀਰ ਅਹਿਮਦ, ਬਹੁਤ ਸੰਖੇਪ ਜਵਾਬ ਚਾਹੀਦਾ। ਇਹ ਪੰਜਾਬ ਨੂੰ ਬਚਾਉਣ ਲਈ ਕੀਤੀ ਗਈ ਅਪੀਲ ਤੁਸੀਂ ਇਹਨੂੰ ਮੰਨਦੇ ਹੋ ਜਾਂ ਆਪਦੀ ਪੋਲਿਟਿਕਸ ਨੂੰ ਬਚਾਉਣ ਵਾਲੀ ਅਪੀਲ ਮੰਨਦੇ ਹੋ? ਕਿਉਂਕਿ ਨਰਿੰਦਰ ਸੰਧੂ ਹੋਰਾਂ ਨੇ ਇਹ ਸਵਾਲ ਚੁੱਕਿਆ। ਹਾਂਜੀ, ਇਹ ਪੰਜਾਬ ਨੂੰ ਬਚਾਉਣ ਦਾ ਹਮਲਾ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜਾਂ ਆਮ ਆਦਮੀ ਪਾਰਟੀ ਆਪਣੀ ਪੋਲਿਟਿਕਸ ਨੂੰ ਬਚਾਉਣ ਲਈ ਹਮਲਾ ਮਾਰ ਰਹੀ ਹੈ? ਨਰਿੰਦਰ ਸੰਧੂ ਦੇ ਸਵਾਲ ਹੈ। ਸਭ ਤੋਂ ਜ਼ਰੂਰੀ ਤਾਂ ਇਸ ਵੇਲੇ ਰਾਜਨੀਤਿਕ ਪ੍ਰਦੂਸ਼ਣ ਖਤਮ ਕਰਨ ਦੀ ਲੋੜ ਹੈ। ਰਾਜਨੀਤਿਕ ਪ੍ਰਦੂਸ਼ਣ ਇੰਨਾ ਕੁ ਜ਼ਿਆਦਾ ਫੈਲਿਆ ਹੋਇਆ, ਉਹਦੇ ਵਿੱਚ ਇਹਨਾਂ ਨੇ ਕਿਸਾਨਾਂ ਨੂੰ ਵੀ ਲਪੇਟ ਲਿਆ। ਕਿਸਾਨ ਜਿਹੜਾ ਹੈ ਉਹ ਦੇਸ਼ ਦਾ ਅੰਨਦਾਤਾ। ਕਿਸਾਨ ਜਿਹੜਾ ਹੈ ਉਹ ਇਸ ਵੇਲੇ ਬੜੇ ਵੱਡੇ ਕ੍ਰਾਈਸਿਸ ਦੇ ਵਿੱਚ, ਜਿਵੇਂ ਤੁਸੀਂ ਆਪ ਹੀ ਜ਼ਿਕਰ ਕੀਤਾ ਖੁਦਕਸ਼ੀਆਂ ਦਾ, ਕਿਸਾਨ ਦੀ ਆਰਥਿਕਤਾ ਜਿਹੜੀ ਹੈ ਉਹ ਡਗਮਗਾਈ ਪਈ ਹੈ। ਕਿਸਾਨ ਜਿਹੜਾ ਹੈ ਉਹ ਅੱਜ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹੈ। ਉਸ ਦੇ ਉੱਤੇ ਹੁਣ ਤੁਸੀਂ ਦੇਖੋ, ਕੱਲ ਨੂੰ ਲੋਕ ਇਕੱਠੇ ਹੋ ਕੇ ਜਥੇਦਾਰ ਸਾਹਿਬ ਕੋਲ ਚਲੇ ਜਾਂਦੇ ਆ ਕਿ ਇਹਨਾਂ ਨੇ ਗਰੰਟੀਆਂ ਦਿੱਤੀਆਂ ਸੀ ਤੇ ਜਥੇਦਾਰ ਸਾਹਿਬ ਜੀ ਇਹ ਗਰੰਟੀਆਂ ਜਿਹੜੀਆਂ ਲਾਗੂ ਨਹੀਂ ਕਰ ਰਹੇ, ਬੀਬੀਆਂ ਜਾਣ ਕਿ ਸਾਨੂੰ 1000 ਰੁਪਇਆ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ, ਇਹਨਾਂ ਨੇ ਐਡਾ ਵੱਡਾ ਝੂਠ ਸਾਡੇ ਨਾਲ ਮਾਰਿਆ। ਤੇ ਮੈਂ ਗੱਲ ਕਹਿਣਾ ਕਿ ਜਥੇਦਾਰ ਸਾਹਿਬ ਨੂੰ ਹਰ ਗੱਲ ਦੇ ਵਿੱਚ ਸਾਨੂੰ ਨਹੀਂ ਲੈਣਾ ਚਾਹੀਦਾ, ਪਰ ਜਿਵੇਂ ਆਪਾਂ ਅੱਧੀ ਤੋਕ ਬੋਲਦੇ ਨੇ ਆ ਨਾ, ਉਹਦਾ ਜਿਹੜਾ ਆਧਾਰ ਹੈ ਉਹ ਵੀ ਵੇਖਣਾ ਚਾਹੀਦਾ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਉਦਾਈ ਦਾ ਖੇਲੇ ਸਗਲ ਜਗਤ। ਇਹ ਪੂਰੇ ਦੁਨੀਆ ਦੇ ਵਿੱਚ ਜਿਹੜੇ ਵਿਸ਼ਵ ਦੇ ਵਿੱਚ ਵਾਤਾਵਰਨ ਦੀ ਸ਼ੁੱਧਤਾ ਦੇ ਲਈ ਗੁਰੂ ਪਾਤਸ਼ਾਹ ਨੇ ਜੋ ਸਾਨੂੰ 550 ਸਾਲ ਪਹਿਲਾਂ ਜਿਹੜੀ ਏਡੀ ਵੱਡੀ ਬਖਸ਼ਿਸ਼ ਕੀਤੀ ਹੈ, ਉਸ ਦੇ ਉੱਤੇ ਸਾਨੂੰ ਆਪਣੇ ਅੰਦਰ ਤੋਂ ਲੈ ਕੇ ਬਾਹਰ ਤੱਕ ਜਿਹੜਾ ਪ੍ਰਦੂਸ਼ਣ ਹੈ ਪਹਿਲਾਂ ਉਹਨੂੰ ਖਤਮ ਕਰਨਾ ਪਵੇਗਾ। ਸਾਡੀ ਨੇਕ ਨੀਤੀ ਦੇ ਨਾਲ ਜਦੋਂ ਅਸੀਂ ਫੈਸਲੇ ਲਵਾਂਗੇ ਤੇ ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਚੰਗੇ ਚੰਗੇ ਲੋਕ ਬੈਠੇ ਆ। ਬਾਬਾ ਸੇਵਾ ਸਿੰਘ ਜੀ ਨੇ, ਉਹਨਾਂ ਨੇ ਕਿਵੇਂ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਖੰਡੂਰ ਸਾਹਿਬ ਦੀ ਜਿੱਥੇ 8 ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਗੋਇੰਦਵਾਲ ਸਾਹਿਬ, ਉਸ ਏਰੀਏ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਦਰਖਤ ਲਾਏ ਆ, ਜਿਸ ਤਰੀਕੇ ਦੇ ਨਾਲ ਉੱਥੇ ਫਲਦਾਰ ਫੁੱਲਦਾਰ ਛਾਂਦਾਰ ਬੂਟੇ ਲਾਏ ਆ, ਕੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਮੁਹਿੰਮ ਨਹੀਂ ਚਲਾਈ ਜਾਣੀ ਚਾਹੀਦੀ? ਪੀਰਮਾ ਸਾਹਿਬ ਅਕਾਲੀ ਦਲ ਨੂੰ ਕੋਈ ਇਤਰਾਜ਼ ਤਾਂ ਨਹੀਂ ਨਾ? ਪੀਰਮਾ ਸਾਹਿਬ ਕਿਸਾਨਾਂ ਨੂੰ ਫਲਦਾਰ ਛਾਂਦਾਰ ਫੁੱਲਦਾਰ ਬੂਟੇ ਲਗਾਉਣ ਲਈ ਪ੍ਰੇਰਿਆ ਜਾਵੇ, ਉਹਨਾਂ ਨੂੰ ਸਬਸਿਡੀ ਦਿੱਤੀ ਜਾਵੇ, ਉਹਨਾਂ ਨੂੰ ਵੱਡੇ ਪੱਧਰ ਦੇ ਉੱਤੇ ਇਸ ਗੱਲ ਨੂੰ ਕੇਂਦਰਿਤ ਕੀਤਾ ਜਾਵੇ ਕਿ ਤੁਸੀਂ 5 ਏਕੜ ਜੇ ਤੁਹਾਡੇ ਕੋਲ ਜ਼ਮੀਨ ਹੈ ਤਾਂ ਉਹਦੇ ਵਿੱਚ ਤੁਸੀਂ ਘੱਟੋ ਘੱਟ ਅੱਧਾ ਏਕੜ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਫਲਦਾਰ ਫੁੱਲਦਾਰ ਛਾਂਦਾਰ ਬੂਟੇ ਲਗਾਓਗੇ ਤੇ ਤੁਹਾਨੂੰ ਤੁਹਾਡੀ ਮਾਰਕੀਟਿੰਗ ਇਸ ਤਰੀਕੇ ਦੀ ਹੋਵੇਗੀ, ਆਪਣੇ ਆਪ ਹੀ ਸ਼ੁੱਧਤਾ ਆਵੇਗੀ ਪੰਜਾਬ ਦੇ ਵਾਤਾਵਰਨ ਦੇ ਵਿੱਚ। ਪੰਜਾਬ ਸਰਕਾਰ ਨੂੰ ਇੱਕ ਏਜੰਡਾ ਤੈਅ ਕਰਨਾ ਚਾਹੀਦਾ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਹਰ ਚੀਜ਼ ਦੇ ਉੱਤੇ ਨੁਕਤਾਚੀਨੀ ਨੂੰ ਪਾਸੇ ਰੱਖ ਕੇ ਸਾਨੂੰ ਆਪਣੇ ਪੰਜਾਬ ਨੂੰ ਬਚਾਉਣਾ ਚਾਹੀਦਾ। ਇੱਥੇ ਪਾਣੀ ਦਾ ਬੜਾ ਵੱਡਾ ਮਸਲਾ ਹੈ। ਜਿਵੇਂ ਮੈਂ ਬ੍ਰੇਕ ਲੈ ਲਵਾਂ ਪੀਰਮਾ ਸਾਹਿਬ, ਬ੍ਰੇਕ ਲੈ ਲਵਾਂ ਪੀਰਮਾ ਸਾਹਿਬ ਰੁਕ ਜਾਓ, ਪੀਰਮਾ ਸਾਹਿਬ ਰੁਕ ਜਾਓ ਸਰ, ਪੀਰਮਾ ਸਾਹਿਬ ਰੁਕ ਜਾਓ ਸਰ, ਇੱਕ ਛੋਟਾ ਮੈਂ ਬ੍ਰੇਕ ਲੈ ਲਵਾਂ ਸਰ, ਬ੍ਰੇਕ ਲੈ ਲਵਾਂ, ਇੱਕ ਛੋਟਾ ਬ੍ਰੇਕ ਲਊਂਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਜਥੇਦਾਰ ਕੋਲ ਕਿਉਂ ਪੁੱਜੀ ਸਰਕਾਰ, ਵੱਡਾ ਸਵਾਲ ਹੈ, ਵਾਪਸ ਆ ਰਹੇ। ਇੱਕ ਵਾਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਤੁਹਾਡੇ ਸਾਹਮਣੇ ਹੈ, ਜਥੇਦਾਰ ਤੋਂ ਪਰਾਲੀ ਪ੍ਰਬੰਧਨ ਤੇ ਕਿਹੜਾ ਸੰਦੇਸ਼ ਚਾਹੁੰਦੀ ਹੈ ਆਪ ਸਰਕਾਰ? ਪੀਰਮਾ ਸਾਹਿਬ ਤੁਸੀਂ ਆਪਣੀ ਗੱਲ ਜਿਹੜੀ ਕਰ ਰਹੇ ਸੀਗੇ, ਮੈਂ ਉਹਦੇ ਵਿੱਚ ਥੋੜਾ ਇੱਕੋ ਗੱਲ ਕਰ ਰਿਹਾ ਸੀ ਕਿ ਪੰਜਾਬ ਦੇ ਪਾਣੀ ਦਾ ਸਭ ਤੋਂ ਵੱਡਾ ਮਸਲਾ ਹੈ
ਅੱਜ ਪ੍ਰਦੂਸ਼ਣ ਜਿਹੜਾ ਹੈ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਮਾਰ ਸਾਨੂੰ ਪੈ ਰਹੀ ਹੈ ਉਹ ਪੰਜਾਬ ਦਾ ਪਾਣੀ ਜਿਹੜਾ ਉਹ ਗੰਧਲਾ ਹੋ ਰਿਹਾ ਹੈ। ਔਰ ਤੁਸੀਂ ਦੇਖੋ ਏਡੇ ਵੱਡੇ ਮਾਹੌਲ ਦੇ ਵਿੱਚ ਜੇ ਅਸੀਂ ਕੱਲੀ ਪਰਾਲੀ ਨੂੰ ਲੈ ਕੇ ਗੱਲ ਕਰਾਂਗੇ ਉਹ ਨਹੀਂ ਚੱਲਣੀ। ਇਹ ਸਾਰੇ ਬਰਤਾਂਤ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਕਿ ਪੰਜਾਬ ਧਰਤੀ ਨੂੰ ਬੰਜਰ ਕਿਵੇਂ ਬਣਾਇਆ ਜਾ ਰਿਹਾ, ਉਹਦੇ ਉੱਤੇ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੈ ਉਹ ਗੱਲ ਕਲੀਅਰ ਕਰਨੀ ਚਾਹੀਦੀ। ਚਲੋ ਕੁਲਦੀਪ ਧਾਲੀਵਾਲ, ਹਾਂ ਬੋਲੋ, ਕੀ ਕਹਿਣਾ ਚਾਹ ਰਹੇ ਹੋ? ਲਾਸਟ ਕਮੈਂਟ ਪਲੀਜ਼। ਮੈਂ ਬਿਲਕੁਲ ਜਿਹੜਾ ਪੀਰ ਮੁਹੰਮਦ ਸਾਹਿਬ ਦੀ ਗੱਲ ਨਾਲ ਇੱਕ ਸਹਿਮਤ ਹੈ, ਜਿਹੜੀ ਉਹਨਾਂ ਨੇ ਬਾਗਬਾਨੀ ਦੀ ਗੱਲ ਕੀਤੀ ਹੈ। ਮੈਂ ਚਾਹੂੰਗਾ ਸੰਧੂ ਸਾਹਿਬ ਬੈਠੇ ਇਹ ਗੱਲ ਸਰਕਾਰ ਤੱਕ ਪਹੁੰਚਾਉਣ, ਔਰ ਇਹ ਬਹੁਤ ਵਧੀਆ ਸੁਝਾਅ ਹੈ। ਜੇ ਹਰ 5 ਏਕੜ ਵਾਲਾ ਅੱਧੇ ਏਕੜ ਤੱਕ ਬਾਗਬਾਨੀ ਜਾਵੇ ਔਰ ਸਰਕਾਰ ਕੋਈ ਕੰਮ ਦੇਵੇ, ਉਹਦੇ 'ਚ ਆਪਾਂ ਬਹੁਤ ਵੱਡਾ ਯੋਗਦਾਨ ਸਾਡੇ ਵਾਤਾਵਰਨ ਨੂੰ ਸਾਫ਼ ਕਰਨ ਦੇ ਵਿੱਚ ਔਰ ਡਾਇਵਰਸੀਫਿਕੇਸ਼ਨ ਦੇ ਵਿੱਚ ਪਾ ਸਕਦੇ ਹਾਂ। ਔਰ ਇਹ ਗੱਲ ਲਈ ਤੁਹਾਡੀ ਬਹੁਤ ਅਸੀਂ ਸ਼ਲਾਘਾ ਵੀ ਕਰਾਂਗੇ, ਔਰ ਇਸ ਗੱਲ ਨੂੰ ਅੱਗੇ ਸਰਕਾਰ ਕੋਲੇ ਜ਼ਰੂਰ ਪਹੁੰਚਾਓ। ਮੰਤਰੀ ਜੀ ਤੱਕ ਧਾਲੀਵਾਲ ਸਾਹਿਬ, ਬੜੀਆਂ ਚੰਗੀਆਂ ਲੱਗਦੀਆਂ ਗੱਲਾਂ, ਤੁਸੀਂ ਵੀ ਕਹਿ ਰਹੇ ਹੋ, ਪੀਰ ਮੁਹੰਮਦ ਸਾਹਿਬ ਵੀ ਕਹਿ ਰਹੇ ਆ। ਸਰ, ਕਿਸਾਨ ਨੂੰ ਕੋਈ ਸਬਸਿਡੀ, ਕੋਈ ਮੁਆਵਜ਼ਾ, ਕੋਈ ਰਾਹਤ ਕਿਹੜੀ ਸਰਕਾਰ ਦਿਵਾਊਗੀ? ਜਦੋਂ ਤੱਕ ਕਾਨੂੰਨ ਬਣਾਉਣੇ ਹੁੰਦੇ ਆ ਉਦੋਂ ਤਾਂ ਇੱਦਾਂ ਨਹੀਂ ਤਾਂ ਇੱਦਾਂ ਬਣ ਜਾਣਗੇ। ਜਦੋਂ ਕੋਈ ਗੱਲ ਪੈਸਾ ਦੇਣ ਦੀ ਗੱਲ ਹੁੰਦੀ ਉਦੋਂ ਕਹਿੰਦੇ ਸਟੇਟ ਸਬਜੈਕਟ, ਅਸੀਂ ਕੀ ਕਰੀਏ? ਧਾਲੀਵਾਲ ਸਾਹਿਬ, ਇਹਦਾ ਤਾਂ ਕੋਈ ਹੱਲ ਦੱਸ ਦਿਓ ਨਾ। ਨਹੀਂ ਮੈਂ ਦੱਸ ਦਿੰਦਾ। ਦੇਖੋ, ਮੈਕਸਿਮਮ ਜਿਹੜਾ ਹਾਰਟੀਕਲਚਰ ਦੇ ਵਿੱਚ ਸਬਸਿਡੀਆਂ ਹੈਗੀਆਂ ਨੈਸ਼ਨਲ ਹਾਰਟੀਕਲਚਰ ਬੋਰਡ ਦੇ ਰਿਹਾ, ਔਰ ਇਸ ਟਾਈਮ ਜਿਹੜਾ ਹੈਗਾ 1 ਲੱਖ ਕਰੋੜ ਰੁਪਏ ਦੀ ਗਰੰਟੀ ਮਾਨਯੋਗ ਪ੍ਰਧਾਨ ਮੰਤਰੀ ਦੇ ਰਹੇ ਆ। ਕਿਸੇ ਵੀ ਜੇ ਕਿਸਾਨ ਭਰਾ ਨੇ ਏਦਾਂ ਕੋਈ ਹਾਰਟੀਕਲਚਰ ਦਾ ਪ੍ਰੋਜੈਕਟ ਲਗਾਉਣਾ ਹੈ ਤਾਂ ਉਹ 2 ਕਰੋੜ ਤੱਕ ਦਾ ਜਿਹੜੀ ਸਿਕਿਉਰਿਟੀ ਹੈ ਮਾਨਯੋਗ ਪ੍ਰਧਾਨ ਮੰਤਰੀ ਦਿੰਦੇ ਆ। ਉਹਨਾਂ ਨੂੰ ਆਪਦੀ ਜ਼ਮੀਨ ਗਹਿਣੇ ਨਹੀਂ ਦੇਣੀ ਪੈਂਦੀ, 3% ਵਿਆਜ ਤੇ ਸਬਸਿਡੀ ਹੈ ਬੈਂਕ ਨਾਲ ਦੀ ਨਾਲ। ਚਲੋ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਧਾਲੀਵਾਲ ਸਾਹਿਬ। ਪਰਾਲੀ ਪ੍ਰਬੰਧਨ ਤੇ ਕੋਰਟ ਦੇ ਆਰਡਰ ਆ ਜਿਹੜੇ ਉਹ ਕੇਂਦਰ ਸਰਕਾਰ ਨੇ ਮੰਨੇ ਆ, ਜੇ ਸੂਬੇ ਨੇ ਨਹੀਂ ਮੰਨੇ ਤਾਂ? ਦੇਖੋ, ਲਾਗੂ ਸੂਬਿਆਂ ਨੇ ਕਰਾਉਣਾ, ਕੇਂਦਰ ਦੇ ਅਧਿਕਾਰ ਦੇ ਵਿੱਚ ਨਹੀਂ ਆਉਂਦਾ ਉਹ। ਚਲੋ ਠੀਕ ਹੈ ਧਾਲੀਵਾਲ ਸਾਹਿਬ, ਠੀਕ ਹੈ। ਸਾਡਾ ਦਰਸ਼ਕ ਬੜਾ ਸਿਆਣਾ, ਆਪੇ ਫੈਸਲਾ ਕਰ ਲੂਗਾ ਕਿਹਦੇ ਅਧਿਕਾਰ ਖੇਤਰ ਚ। ਨਰਿੰਦਰ ਸੰਧੂ, ਪਰਾਲੀ ਪ੍ਰਬੰਧਨ ਤੇ ਕਿੰਨੇ ਕੀ ਕਰਨਾ ਸੀ ਕਿਸਾਨ ਨੂੰ ਇਹ ਤਾਂ ਦੱਸ ਦਿਓ। ਉਹ ਕਿਸਾਨ ਧਰਨਾ ਲਾ ਕੇ ਬੈਠਾ, ਉਹ ਤੱਕ ਨਹੀਂ ਉੱਠੂਗਾ ਚਾਹੇ ਇੱਥੋਂ ਤੱਕ ਕਿ ਕੋਈ ਵੀ ਅਪੀਲ ਕਰਦੇ। ਨਰਿੰਦਰ ਸੰਧੂ ਜੀ, ਨਰਿੰਦਰ ਸੰਧੂ ਜੀ। ਹਾਂਜੀ ਮੈਨੂੰ ਪੁੱਛਿਆ ਤੁਸੀਂ। ਹਾਂਜੀ ਹਾਂ, ਦੇਖੋ ਕਿਸਾਨ ਆਪਾਂ ਸਾਰਿਆਂ ਨੇ ਇਹਨਾਂ 'ਚ ਬੜੇ ਸਤਿਕਾਰਯੋਗ ਬੁਲਾਰੇ ਨੇ, ਗੱਲਾਂ ਤੇ ਆਪਾਂ ਬਹੁਤ ਵਧੀਆ ਕੀਤੀਆਂ, ਪਰ ਵਾਕਈ ਇੱਕ ਕਿਸਾਨ ਬਣ ਕੇ ਸੋਚੋ, ਵੇਖੋ ਵੀ ਕੀ ਭਾਅ ਵਿਕਦੀ ਆ। ਮਤਲਬ ਜਿੰਨੇ ਦਾ ਫਸਲ ਅਸੀਂ ਬੀਜਦੇ ਆ ਤੇ ਜਿੰਨਾ ਸਾਨੂੰ ਖਰਚਾ ਪੈਂਦਾ ਹੈ ਉਹਦੀ ਉਨੀ ਪੂਰਤੀ ਹੁੰਦੀ ਹੈ? ਨਹੀਂ ਹੁੰਦੀ। ਕਿਸਾਨ ਨੂੰ ਮਤਲਬ ਸਰਕਾਰ ਕੁਝ ਵੀ ਹੋਵੇ ਮਾਰਨ ਤੇ ਤੁਲੀ ਹੁੰਦੀ ਆ। ਸ਼ਬਦਾਂ ਵਿੱਚ ਬੜੇ ਵੱਡੇ ਬਿਆਨ ਕਰਦੇ ਨੇ, ਅਸੀਂ ਕਿਸਾਨਾਂ ਵਾਸਤੇ ਆਹ ਕਰ ਦਾਂਗੇ। ਅੱਜ ਧਾਰੀਵਾਲ ਜੀ ਨੇ ਵੀ ਆਪਣੀ ਸੈਂਟਰ ਸਰਕਾਰ ਦੀ ਬੜੀ ਤਾਰੀਫਾਂ ਦੇ ਪੁਲ ਬੰਨ ਲਏ, ਇੱਥੇ ਸੰਧੂ ਸਾਹਿਬ ਬੈਠੇ ਨੇ, ਇਹਨਾਂ ਨੇ ਆਪਣੀ ਸਰਕਾਰ ਦੇ ਪੁਲ ਬੰਨ ਲਏ, ਪਰ ਕਿਸਾਨ ਵਾਸਤੇ ਵਾਕਈ ਕੋਈ ਨਹੀਂ ਸੋਚਦਾ। ਜੇ ਕਿਸਾਨ ਵਾਸਤੇ ਕਿਸੇ ਨੇ ਸੱਚੀ ਸੋਚਣਾ ਹੈ ਤੇ ਜੇ ਵਾਕਈ ਜਥੇਦਾਰ ਸਾਹਿਬ ਕੋਲ ਗਏ ਨੇ ਤੇ ਜਥੇਦਾਰ ਸਾਹਿਬ ਫਿਰ ਇਸ ਤਰ੍ਹਾਂ ਦਾ ਫੈਸਲਾ ਕਰਨ ਵੀ ਇਹਨਾਂ ਨੂੰ ਵੀ ਪਤਾ ਲੱਗੇ ਵੀ ਵਾਕਈ ਜਥੇਦਾਰ ਨੇ ਫੈਸਲਾ ਕੀਤਾ, ਔਰ ਜਿਹੜੇ ਕਿਸਾਨ ਨੇ ਵਾਕਈ ਪਰਾਲੀ ਨਾ ਸਾੜਨ, ਪਰ ਉਹਨਾਂ ਨੂੰ ਜਿਹੜਾ ਬਣਦਾ ਮੁੱਲ ਆ। ਨਰਿੰਦਰ ਸੰਧੂ ਜੀ, ਇਹਦੇ ਵਾਸਤੇ ਇੱਕ ਰਾਹ ਹੈਗਾ ਨਰਿੰਦਰ ਸੰਧੂ ਜੀ। ਡੈਮੋਕ੍ਰੇਸੀ ਸਾਡੀ ਇਹ ਕਹਿੰਦੀ ਹੈ, ਜੇ ਤੁਹਾਨੂੰ ਲੱਗਦਾ ਕਿ ਇਹਨਾਂ ਦੀ ਮਨਸ਼ਾ ਦੇ ਵਿੱਚ ਤੁਹਾਨੂੰ ਕੋਈ ਪੋਲਿਟਿਕਸ ਨਜ਼ਰ ਆਉਂਦੀ ਹੈ, ਇੱਕ ਚਿੱਠੀ ਤੁਸੀਂ ਦਿਓ ਜਥੇਦਾਰ ਸਾਹਿਬ ਨੂੰ ਵੀ ਇਸ ਤਰੀਕੇ ਨਾਲ ਤੁਸੀਂ ਕੋਈ ਸੰਦੇਸ਼ ਦਿਓ ਤੇ ਪਤਾ ਲੱਗ ਜੇ ਸਰਕਾਰਾਂ ਨੂੰ ਵੀ, ਸਿਆਸਤ ਨੂੰ ਵੀ, ਤੇ ਕਿਸਾਨਾਂ ਤੱਕ ਵੀ ਸੁਨੇਹਾ ਚੱਲ ਜਾਵੇ, ਆਮ ਲੋਕਾਂ ਤੱਕ ਵੀ ਚੱਲ ਜਾਵੇ। ਨਰਿੰਦਰ ਸੰਧੂ, ਤੁਸੀਂ ਵੀ ਜਾਇਓ, ਮਿਲਿਓ ਫਿਰ। ਕੇਪੀ ਸਿੰਘ ਜੀ, ਤੁਸੀਂ ਇੱਕ ਹੁਣੇ ਲਾਈਨ ਕਹੀ ਆ ਵੀ ਦਰਸ਼ਕ ਬਹੁਤ ਸਿਆਣਾ ਹੈ, ਇਸੇ ਤਰ੍ਹਾਂ ਦੁਨੀਆ ਲੋਕ ਬਹੁਤ ਸਿਆਣੇ ਨੇ। ਕਿਹੜਾ ਪਤਾ ਹੈ, ਸਭ ਦੁਨੀਆ ਨੂੰ ਪਤਾ ਹੈ ਵੀ ਕਿਹੜਾ ਬੰਦਾ ਚਿਹਰਾ ਲਾ ਕੇ, ਚਿਹਰੇ ਦੇ ਪਿੱਛੇ ਚਿਹਰਾ ਲਾ ਕੇ ਬੈਠਾ ਔਰ ਕਿਹੜਾ ਮਾਸਕ ਤੋਂ ਬਗੈਰ ਬੈਠਾ ਹੈ। ਜਿਹੜਾ ਕਿਸਾਨ ਆ ਉਹਨੂੰ ਵੀ ਇਸ ਗੱਲ ਦਾ ਪਤਾ। ਮੈਂ ਤੁਹਾਨੂੰ ਫੇਰ ਕਹਿ ਰਿਹਾ, ਕਿਸਾਨ ਨੂੰ ਹਰ ਇੱਕ ਚੀਜ਼ ਦਾ ਪਤਾ ਹੈ, ਪਰ ਵਿਚਾਰੇ ਦੀ ਮਜਬੂਰੀ ਆ, ਚੁੱਪ ਕਰਕੇ ਬੈਠਾ ਹੈ। ਪਰ ਜੇ ਜਥੇਦਾਰ ਵਾਕਈ ਸਹੀ ਫੈਸਲਾ ਕਰਨਗੇ, ਬਹੁਤ ਵਧੀਆ ਗੱਲ ਹੈ। ਜੇ ਉਹਨਾਂ ਦੇ ਪਾਲੇ ਚ ਜੇ ਸਹੀ ਫੈਸਲਾ ਕਰਨਗੇ ਤੇ ਬਹੁਤ ਵਧੀਆ ਗੱਲ ਹੋਊਗੀ। ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕਰਨਗੇ। ਕਿਸਾਨ ਤੇ ਮੈਂ ਪਹਿਲਾਂ ਕਿਸਾਨ ਦੇ ਵਿਚਾਰਾ ਹਰ ਤਰੀਕੇ ਨਾਲ ਕਰਜ਼ੇ 'ਚ ਡੁੱਬਾ ਪਿਆ, ਕਿਉਂ ਆਤਮ ਹੱਤਿਆ ਕਰ ਰਹੇ ਨੇ? ਇਸੇ ਕਰਕੇ ਆਤਮ ਹੱਤਿਆ ਕਰ ਰਹੇ ਨੇ, ਪੈਸੇ ਦੀ ਪੂਰਤੀ ਹੁੰਦੀ ਨਹੀਂ ਉਹਨਾਂ ਕੋਲ। ਚਲੋ ਠੀਕ। ਇੰਦਰਜੀਤ ਸੰਧੂ, ਲਾਸਟ ਕਮੈਂਟ। ਜਥੇਦਾਰ ਸਾਹਿਬ ਇਹ ਅੱਗ ਬੁਝਾਉਣ ਵਿੱਚ ਕਾਮਯਾਬ ਹੋ ਜਾਣਗੇ? ਸੰਧੂ ਸਾਹਿਬ, ਉਹ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਇਹਦੇ ਵਾਸਤੇ ਸਾਰਿਆਂ ਨੂੰ ਉਪਰਾਲਾ ਕਰਨਾ ਪਊਗਾ। ਜਥੇਦਾਰ ਜੀ ਦੀ ਅਪੀਲ ਵੀ ਬਹੁਤ ਮਾਇਨੇ ਰੱਖਦੀ ਹੈ, ਔਰ ਜਿਵੇਂ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਨੇ ਔਰ ਬਾਕੀ ਬੁਲਾਰਿਆਂ ਨੇ ਸਾਰਿਆਂ ਨੇ ਆਖਿਆ ਹੈ, ਔਰ ਉਸ ਤਰੀਕੇ ਨਾਲ ਦੇਖੋ ਜਿੰਨੇ ਵੀ ਧਾਰਮਿਕ ਅਕੀਦੇ ਨੇ, ਜੋ ਧਾਰਮਿਕ ਆਗੂ ਨੇ, ਉਹਨਾਂ ਨੂੰ ਇਹਦੇ ਵਿੱਚ ਸਾਰਿਆਂ ਨੂੰ ਰੋਲ ਪਲੇ ਕਰਨਾ ਪਊਗਾ। ਇੱਕ ਮੁਹਿੰਮ ਬਣਾਉਣੀ ਪਊਗੀ, ਤਾਂ ਜਾ ਕੇ ਆਪਾਂ ਸਾਰੇ ਉਧਰ ਸਰਕਾਰ ਵੀ
ਉਪਰਾਲਾ ਕਰੂਗੀ ਔਰ ਕੋਸ਼ਿਸ਼ ਕਰ ਵੀ ਰਹੀ ਹੈ। ਕਿਸਾਨਾਂ ਵਾਸਤੇ ਆਪਦੀ ਇੱਕ ਕੋਸ਼ਿਸ਼ ਜਿਹੜੀ ਉਹ ਭਾਵੇਂ ਨਿਰਵਿਘਨ ਜਿਹੜੀ ਬਿਜਲੀ ਦਿੱਤੀ ਹੈ ਔਰ ਭਾਵੇਂ 275 ਕਰੋੜ ਰੁਪਈਆ ਜਿਹੜਾ ਗੰਨਾ ਉਤਪਾਦਕਾਂ ਵਾਸਤੇ ਜਿਹੜਾ ਜਾਰੀ ਕੀਤਾ, ਹੋਰ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਨੇ, ਪਰ ਇਸ ਮਸਲੇ ਤੇ ਵੀ ਜਿਹੜੀ ਲਗਾਤਾਰ ਕੋਸ਼ਿਸ਼ ਹੈ ਜਿਹੜੀ ਉਹ ਜਾਰੀ ਹੈ। ਔਰ ਜਿਹੜੀ ਗੱਲ ਕਰਦੇ ਸਨ ਢਾਲੀਵਾਲ, ਮੈਂ ਐਡ ਕਰ ਦਵਾਂ ਉਹਦੇ ਵਿੱਚ, ਕਿਉਂਕਿ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਵੀ 500 ਕਰੋੜ ਰੁਪਈਆ ਜਿਹੜਾ ਕੇਂਦਰ ਤੋਂ ਪ੍ਰਬੰਧਨ ਲਈ ਆਉਂਦਾ ਹੈ, ਉਹ ਕੀ ਹੁੰਦਾ ਵੀ ਤੁਸੀਂ ਸਿੱਧੇ ਰੂਪ ਚ ਕਿਸਾਨ ਨੂੰ ਉਹਦੇ ਵਿੱਚ ਕੋਈ ਜਿਵੇਂ 1500 ਰੁਪਈਆ 2500 ਰੁਪਈਆ ਜਾਂ 500 ਰੁਪਈਆ ਐ ਨਹੀਂ ਦੇ ਸਕਦੇ। ਉਹਦੇ ਵਿੱਚ ਕੀ ਹੁੰਦਾ, ਜਦੋਂ ਕੋਈ ਤੁਸੀਂ ਚੀਜ਼ ਖਰੀਦ ਕਰਦੇ ਹੋ, ਜਿਵੇਂ ਕੋਈ ਉਹ ਪ੍ਰਬੰਧਨ ਵਾਸਤੇ ਮਸ਼ੀਨ ਖਰੀਦ ਕਰਨੀ ਹੈ, ਤਾਂ ਉਹਦੇ ਸਬਸਿਡੀ ਦੇ ਰੂਪ ਵਿੱਚ ਉਹ ਪੈਸੇ ਵਰਤੇ ਜਾ ਸਕਦੇ ਨੇ, ਉਹ ਪੈਸੇ ਕਿਤੇ ਨਹੀਂ ਵਰਤੇ। ਸੰਧੂ ਸਾਹਿਬ ਇੱਕ ਸਵਾਲ ਜਵਾਬ ਦਿਓ। ਸੰਧੂ ਸਾਹਿਬ ਇੱਕ ਮਿੰਟ ਸੁਣ ਲਓ ਨਾ, ਸੁਣ ਲਓ ਸੰਧੂ ਸਾਹਿਬ ਮੈਨੂੰ ਇਹ ਦੱਸੋ, ਤੁਸੀਂ ਇੱਕ ਮਿੰਟ ਸੁਣ ਤਾਂ ਲਓ ਨਾ ਸੰਧੂ ਸਾਹਿਬ, ਸੁਣ ਲਓ ਨਾ ਸਰ ਬਾਕੀ ਜਿਹੜੇ ਧਾਰਮਿਕ ਆਗੂ ਆ ਉਹਨਾਂ ਕੋਲ ਵੀ ਜਾਊਗੀ ਸਰਕਾਰ ਸੰਧੂ ਸਾਹਿਬ? ਵੇਖੋ, ਇਹ ਜਦੋਂ ਇਹ ਮੁਹਿੰਮ ਕੁਦਰਤੀ ਬਣੇਗੀ ਤਾਂ ਕੁਦਰਤੀ ਤੌਰ ਤੇ ਜਦੋਂ ਆਪਾਂ ਸਾਰੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹਦੇ ਵਿੱਚ ਆਪਾਂ ਰੋਲ ਪਲੇ ਕਰਨਾ ਬਣਦਾ ਸਾਡਾ, ਕਿਉਂਕਿ ਵੇਖੋ ਵਾਤਾਵਰਨ ਨੂੰ ਬਚਾਉਣਾ ਹੈ। ਨਹੀਂ ਸੰਧੂ ਸਾਹਿਬ ਇੱਕ ਮਿੰਟ ਸਰ, ਮੇਰਾ ਸਵਾਲ ਬੜਾ ਸਿੱਧਾ ਹੁੰਦਾ ਸਰ, ਸਰਕਾਰ ਨੇ ਕੋਈ ਪਲਾਨ ਤਾਂ ਬਣਾਇਆ ਹੋਊਗਾ ਨਾ ਵੀ ਜਥੇਦਾਰ ਸਾਹਿਬ ਕੋਲ ਜਾਣਾ, ਇਸ ਤੋਂ ਬਾਅਦ ਕਿਹੜੇ ਆਗੂ ਕੋਲ ਜਾਣਾ ਸਰ? ਕੋਈ ਤਾਂ ਪਲਾਨ ਹੋਊਗਾ ਨਾ ਸਰਕਾਰ ਦਾ, ਸਰਕਾਰ ਐਵੇਂ ਤਾਂ ਨਹੀਂ ਚਲੀ ਗਈ ਸਰ। ਅਕਾਲ ਤਖਤ ਸਾਹਿਬ ਤੇ ਜਾਣਾ ਕੋਈ ਉੱਥੇ ਨਿਮਰਤਾ ਸਹਿਤ ਬੇਨਤੀ ਕਰਨੀ ਔਰ ਉੱਥੋਂ ਜੇ ਕੋਈ ਫਰਮਾਨ ਜਾਰੀ ਹੋਵੇ, ਇਹ ਕੋਈ ਛੋਟੀ ਗੱਲ ਨਹੀਂ ਹੈਗੀ। ਚਲੋ ਪ੍ਰਸਮਜੀਤ ਸਿੰਘ ਠੀਕ ਹੈ ਸਰ। ਪ੍ਰਸਮਜੀਤ ਸਿੰਘ ਥੋੜਾ ਮੈਂ ਪਹਿਲਾਂ ਵੀ ਕਿਹਾ ਸੀ, ਮੈਂ ਦੁਬਿਧਾ ਚ ਹਾਂ, ਕਨਫਿਊਜ਼ ਹਾਂ। ਜਿਹੜਾ ਜ਼ਿਕਰ ਕੀਤਾ ਕਿਸਾਨ ਵੀਰਾਂ ਦੇ ਲਈ, ਸਰ ਮੈਨੂੰ ਇੱਕ ਚੀਜ਼ ਦੱਸੋ ਸਰ, ਬਾਕੀ ਕਿਸੇ ਹੋਰ ਜਥੇਬੰਦੀ ਦੇ ਨਾਲ ਸੰਬੰਧਿਤ, ਕਿਸੇ ਹੋਰ ਧਰਮ ਨਾਲ ਸੰਬੰਧਿਤ ਕੀ ਕੋਈ ਖੇਤੀਬਾੜੀ ਨਹੀਂ ਕਰਦਾ ਜਾਂ ਕੋਈ ਪਰਾਲੀ ਨਹੀਂ ਸਾੜਦਾ? ਪ੍ਰਸਮਜੀਤ ਸਿੰਘ, ਜੇ ਇਦਾਂ ਹੈ ਤਾਂ ਕੀ ਸਾਰੇ ਧਾਰਮਿਕ ਆਗੂਆਂ ਕੋਲੇ ਜਾਣਾ ਬੰਦ ਹੈ ਸਰਕਾਰ ਦਾ ਪ੍ਰਸਮਜੀਤ ਸਿੰਘ, ਜਾਂ ਇਹ ਸਵਾਲ ਗਲਤ ਹੈ ਕਿਉਂਕਿ ਪੰਜਾਬ ਦੇ ਵਿੱਚ ਜਥੇਦਾਰ ਸਾਹਿਬ ਦੀ ਜ਼ਿਆਦਾ ਸੁਣੀ ਜਾਂਦੀ? ਪ੍ਰਸਮਜੀਤ ਸਿੰਘ ਕਿਵੇਂ ਸਮਝਾਂਗੇ? ਦੇਖੋ, ਦੋ ਤਿੰਨ ਗੱਲਾਂ ਆ। ਇੱਕ ਤੇ ਇਹ ਹੈ ਕਿ ਜਿਹੜੀ ਕਿਸਾਨ ਮੰਗ ਕਰ ਰਿਹਾ ਕਿ ਸਾਨੂੰ ਕੰਪਨਸੇਟ ਕਰੋ, ਅਸੀਂ ਕਦੀ ਪਰਾਲੀ ਨਹੀਂ ਫੂਕਾਂਗੇ, ਭਾਵੇਂ ਕੁਇੰਟਲ ਦੇ ਪਿੱਛੇ 200-300 ਰੁਪਈਆ ਦਿਓ, ਜਾਂ ਸਾਨੂੰ ਓਵਰਆਲ ਪਰਾਲੀ ਦਾ 4-5 ਹਜ਼ਾਰ ਪਰ ਏਕੜ ਦਿਓ, ਅਸੀਂ ਆਪੇ ਸਾਂਭ ਸੰਭਈਆ ਕਰ ਲਾਂਗੇ। ਉਸ ਪਾਸਿਓਂ ਸਰਕਾਰ ਦਾ ਤੇ ਜਾਨੀ ਕਹਿ ਲਓ ਕਿ ਬੜੀ ਨਾ ਕਰਤੀ ਆ, ਪਿੱਠ ਦਿਖਾਤੀ ਆ। ਹੁਣ ਪ੍ਰਬੰਧਨ ਤੇ ਇਹੋ ਹੀ ਹੁੰਦਾ ਨਾ ਕਿ ਜਦੋਂ ਤੁਸੀਂ ਕਿਸੇ ਨੂੰ ਕੰਮ ਤੇ ਲਾਇਆ ਤੇ ਉਹਨੂੰ ਕੰਪਨਸੇਟ ਕਰੋ, ਤੇ ਬਾਕੀ ਸਾਰੀ ਜਗ੍ਹਾ ਅਸੀਂ ਕੰਪਨਸੇਟ ਕਰਦੇ ਆ, ਇੱਥੇ ਕਿਉਂ ਨਹੀਂ ਕਰਦੇ? ਹੁਣ ਅਸੀਂ ਆ ਗਏ ਇਮੋਸ਼ਨਲ ਅਪੀਲ ਤੇ, ਧਾਰਮਿਕ ਅਪੀਲ ਤੇ, ਵੀ ਆਪ ਸਰਕਾਰ ਜਿਹੜੇ ਉਹਨਾਂ ਦੇ ਅਸਲੀ ਮੁੱਦੇ ਆ ਉਹਨਾਂ ਤੋਂ ਹਟਾ ਕੇ ਉਹਨਾਂ ਨੂੰ ਇਮੋਟਿਵ ਅਪੀਲ ਕਰਕੇ ਤੇ ਅਸੀਂ ਕਾਲ ਤਖਤ ਤੋਂ ਕੰਮ ਸਾਰ ਲਈਏ ਵੀ 4-5 ਸਾਲ ਇਸੇ ਤਰੀਕੇ ਨਾਲ ਇੱਧਰ ਉੱਧਰ ਕਰਕੇ ਨਿਕਲ ਜਾਣ, ਜਿਹੜੇ ਨਿਕਲਣੇ ਨਹੀਂ ਹੈ। ਤੀਸਰੀ ਗੱਲ ਕਿ ਪੋਲਿਊਸ਼ਨ ਕੱਲਾ ਪਰਾਲੀ ਦਾ ਤੇ ਨਹੀਂ ਨਾ, ਦੀਵਾਲੀ ਆਈ ਖੜੀ ਆ 25 ਤਰੀਕ ਨੂੰ 24 ਤਰੀਕ ਨੂੰ, ਤੇ ਉਦੋਂ ਕਿੰਨਾ ਬੁਰਾ ਹਾਲ ਹੋਣਾ ਵਾ, ਜਿਵੇਂ ਹੁਣੇ ਕਹਿ ਰਹੇ ਸੀ ਸੰਧੂ ਸਾਹਿਬ। ਇਸ ਲਈ ਜਿਹੜੀ ਦੀਵਾਲੀ ਲਈ ਕਿਤੇ ਜਿਹੜੇ ਹਿੰਦੂ ਧਾਰਮਿਕ ਲੀਡਰ ਹੈ ਉਹਨਾਂ ਨੂੰ ਵੀ ਅਪੀਲ ਕਰੋ, ਤੁਸੀਂ ਸਾਰਿਆਂ ਨੂੰ ਅਪੀਲ ਕਰੋ, ਈਵਨ ਖੇਤੀ ਵੀ ਹਿੰਦੂ ਕਰਦੇ ਆ ਉਹਨਾਂ ਨੂੰ ਵੀ ਅਪੀਲ ਕਰੋ, ਉਹਨਾਂ ਨੂੰ ਮਿਲ ਕੇ ਆਓ, ਇਹੋ ਜਿਹੀ ਚਿੱਠੀ ਦੇ ਕੇ ਆਓ। ਤੀਜੀ ਗੱਲ ਜਿਹੜੀ ਹੈ ਕਿ ਰਾਜਨੀਤੀ ਆਪਾਂ ਲੋਕਾਂ ਦੀਆਂ ਦੁਸ਼ਵਾਰੀਆਂ ਤੇ ਮੁਸੀਬਤਾਂ ਤੇ ਮਜਬੂਰੀਆਂ ਤੇ ਨਾ ਕਰੀਏ। ਜਦੋਂ ਇੱਥੇ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਸੀ ਤੇ ਜਦ ਕਿ ਸੁਪਰੀਮ ਕੋਰਟ ਦੀ ਜੱਜਮੈਂਟ ਨੇ ਕਿਹਾ ਕਿ ਪਰਾਲੀ ਨਾਲ ਸਿਰਫ ਦਿੱਲੀ 'ਚ 3 ਤੋਂ 4% ਪੋਲਿਊਸ਼ਨ ਆ, 95-96 ਤੇ 96% ਪੋਲਿਊਸ਼ਨ ਉਹਨਾਂ ਦੀ ਆਪਣੀ ਪੈਦਾ ਕੀਤੀ। ਨਹੀਂ, ਹੁਣ ਇਹਨਾਂ ਦੇ ਲੀਡਰ ਕਹਿ ਰਹੇ ਪ੍ਰਸਮਜੀਤ ਸਿੰਘ ਕਿ ਯੂਪੀ ਦੇ ਵਿੱਚ ਹੁਣ ਤੱਕ ਸਭ ਤੋਂ ਜ਼ਿਆਦਾ ਪਰਾਲੀ ਸਾੜੀ ਗਈ ਹੈ, ਤੇ ਉਹ ਹਵਾਲਾ ਵੀ ਦਿੱਤਾ ਉਹਨਾਂ ਨੇ ਇੱਕ ਪੇਪਰ ਦਾ, ਅਸੀਂ ਬਿਆਨ ਚਲਾਇਆ ਉਹਨਾਂ ਦਾ। ਨਹੀਂ, ਬਿਲਕੁਲ ਉਹੀ ਆ ਨਾ, ਕਿਉਂਕਿ ਹੁਣ ਉਸ ਪਾਸੇ ਨੂੰ ਕਿਉਂਕਿ ਗੁਜਰਾਤ ਦੀ ਇਲੈਕਸ਼ਨ ਉਹ ਸੂਟ ਕਰੂਗਾ, ਉਦੋਂ ਇਹ ਸੂਟ ਕਰਦਾ ਸੀ, ਇੱਥੇ ਕਾਂਗਰਸ ਨੂੰ ਕਰਕੇ ਥੱਲੇ ਤੇ ਆਪਣੀ ਪਾਰਟੀ ਦੀ ਕਰਨੀ ਸੀ। ਇਹੀ ਤੇ ਮੈਂ ਕਹਿ ਰਿਹਾ ਕਿ ਰਾਜਨੀਤੀ ਹੁੰਦੀ ਆ, ਹਰਿਆਣੇ ਨੂੰ ਨਹੀਂ ਕੁਝ ਕਹਿਣਾ ਸੀਗਾ ਉਦੋਂ, ਪੰਜਾਬ ਦਾ ਧੂਆਂ। ਪ੍ਰਸਮਜੀਤ ਸਿੰਘ ਤੁਸੀਂ ਸਾਰਿਆਂ ਨੂੰ ਕਿਉਂ ਨਹੀਂ ਕਹਿੰਦੇ ਕਿ ਸਾਰੀਆਂ ਧਿਰਾਂ ਇਸ ਮੁੱਦੇ ਤੇ ਭਜਦੀਆਂ ਪਈਆਂ? ਜੇ ਕੇਂਦਰ ਨੇ ਹੈਲਪ ਕਰਨੀ ਹੈ, ਕੇਂਦਰ ਕਿੱਥੇ ਹੈ? ਜੇ ਸੂਬੇ ਨੇ ਕਰਨੀ ਹੈ, ਸੂਬਾ ਕਿੱਥੇ ਹੈ? ਇਸ ਤੋਂ ਪਿਛਲੀਆਂ ਸਰਕਾਰਾਂ ਨੇ ਕੀ ਕੀਤਾ ਪ੍ਰਸਮਜੀਤ ਸਿੰਘ? ਸਾਰੇ ਕਟਾਰੇ 'ਚ ਖੜਦੇ ਆ। ਨਹੀਂ, ਮੇਰੀ ਗੱਲ ਸੁਣੋ। ਜਦੋਂ ਹੁਣੇ ਅਸੈਂਬਲੀ ਦਾ ਸੈਸ਼ਨ ਆ, ਆਪਾਂ ਹੋਰ ਤੇ ਉੱਥੇ ਬਥੇਰੀਆਂ ਗੱਲਾਂ ਕਰ ਰਹੀਆਂ ਕਿ ਭਰੋਸੇਯੋਗਤਾ ਦਾ ਮਤਾ ਤੇ ਫਲਾਨਾ ਟਮਕਾਣਾ, ਬਥੇਰੀ ਪੋਲਿਟਿਕਸ ਕਰ ਲਈ, ਕਾਂਗਰਸ ਨੇ ਵੀ ਕੀਤੀ, ਇਹਨਾਂ ਨੇ ਵੀ ਕੀਤੀ। ਉਹਨਾਂ ਨੇ ਕਿਹਾ ਸਰਾਰੀ ਟਾਓ ਫਲਾਨਾ, ਉਹ ਲੱਗੇ ਰਹੇ। ਤੁਸੀਂ ਇਹੋ ਜਿਹਾ ਰਿਜ਼ੋਲਵ ਕਿਉਂ ਨਹੀਂ ਕੀਤਾ ਕਿ ਜੇ ਕੇਂਦਰ ਸਾਨੂੰ
1500 ਰੁਪਇਆ ਨਹੀਂ ਦਿੰਦਾ, ਅਸੀਂ ਸਾਰੇ ਦੇ ਸਾਰੇ ਜਿਹੜੇ ਆ ਚਲੋ ਇੱਕ ਆਖਰੀ ਸਵਾਲ ਮੈਂ ਸਮਝੀ ਸੀ, ਆਖਰੀ ਸਵਾਲ ਮੈਂ ਡਿਬੇਟ ਸਮਾਪਤ ਕਰਨੀ ਆ। ਇਹਨਾਂ ਨੇ ਚਿੱਠੀ ਵਿੱਚ ਇੱਕ ਹਵਾਲਾ ਦਿੱਤਾ ਗੁਰੂ ਉਪਦੇਸ਼ ਦੇ ਉਲਟ ਜਾ ਕੌਣ ਰਿਹਾ ਸਰ? ਇਸ ਸਵਾਲ ਦਾ ਜਵਾਬ ਤਾਂ ਦੇ ਦਿਓ। ਪਹਿਲਾਂ ਪੋਲੀਟੀਸ਼ੀਅਨ ਆਪਣੇ ਗਿਰਵਾਨ 'ਚ ਦੇਖਣ। ਚਲੋ ਬਹੁਤ ਧੰਨਵਾਦ ਤੁਹਾਡੇ ਕੋਲ ਸਰ, ਬਹੁਤ ਧੰਨਵਾਦ ਪ੍ਰਸਮਜੀਤ ਸਿੰਘ ਤੁਹਾਡੇ ਇਹਨਾਂ ਕਮੈਂਟਸ ਦਾ। ਮਿਸਟਰ ਇੰਦਰਜੀਤ ਸੰਧੂ ਤੁਹਾਡਾ ਬਹੁਤ ਧੰਨਵਾਦ, ਕਰਨੈਲ ਸਿੰਘ ਪੀਰਮਾ ਤੁਹਾਡਾ ਬਹੁਤ ਧੰਨਵਾਦ, ਨਰਿੰਦਰ ਸੰਧੂ ਤੁਹਾਡਾ ਬਹੁਤ ਧੰਨਵਾਦ, ਕੁਲਦੀਪ ਸਿੰਘ ਧਾਲੀਵਾਲ ਤੁਹਾਡਾ ਬਹੁਤ ਧੰਨਵਾਦ, ਸਾਰੇ ਮਹਿਮਾਨਾਂ ਦਾ ਬਹੁਤ ਧੰਨਵਾਦ। ਪਰਾਲੀ ਪ੍ਰਬੰਧਨ ਤੇ ਸਾਨੂੰ ਸਾਰਿਆਂ ਨੂੰ ਸੋਚਣਾ ਪਵੇਗਾ, ਪਰ ਅਪੀਲ ਕਰਨਾ ਜਾਇਜ਼ ਹੈ, ਗਲਤ ਹੈ, ਨਜਾਇਜ਼ ਹੈ, ਇਹ ਸਵਾਲ ਨਹੀਂ ਹੈਗਾ। ਸਵਾਲ ਇਹ ਹੈਗਾ ਕਿ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਹੋਣ ਦੀ ਜ਼ਰੂਰਤ ਹੈ ਜੇ ਚੁਗਿਰਦਾ ਬਚਾਉਣਾ ਹੈਗਾ। ਕੱਲੇ ਕਿਸਾਨ ਜੇ ਇਸ ਚੁਗਿਰਦੇ ਲਈ ਜ਼ਿੰਮੇਵਾਰ ਹੈਗੇ ਆ, ਉਸ ਨਾਲ ਮੈਂ ਪਹਿਲਾਂ ਵੀ ਕਿਹਾ ਸੀਗਾ, ਕਤਈ ਸਹਿਮਤ ਨਹੀਂ ਹੈ, ਪਰ ਨੀਤੀ ਇੱਕ ਬਣਾਉਣੀ ਪਊਗੀ। ਜੇ ਰਾਜਨੀਤੀ ਕਰਨੀ ਹੈ ਤਾਂ ਨੀਤੀ ਦੱਸਣੀ ਵੀ ਪਊਗੀ, ਅਸੀਂ ਲਾਗੂ ਕਿਵੇਂ ਕਰਾਂਗੇ। ਬਹੁਤ ਧੰਨਵਾਦ।